हेलो स्टूडेंट्स, ਅੱਜ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਆਪਣਾ ਫਰਸਟ ਯੂਨਿਟ ਜਿਸ ਦਾ ਨਾਮ ਹੈ ਫਿਜ਼ੀਕਲ ਵਰਲਡ ਐਂਡ ਮੈਜਰਮੈਂਟ ਪਾਰਟ ਤੇ ਅਸੀਂ ਆਨੇ ਆ। ਬਟ ਉਸ ਤੋਂ ਪਹਿਲਾਂ ਅਸੀਂ ਡਿਸਕਸ ਕਰਨਾ ਹੈ ਫਿਜ਼ੀਕਲ ਵਰਲਡ ਕੀ ਹੈ। ਦੇਖੋ, ਅਸੀਂ ਆਪਣੇ ਅਰਾਊਂਡ ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖਦੇ ਹਾਂ, ਜਿਵੇਂ ਰੋਡਸ ਹੋ ਗਈਆਂ, ਹੋਮ ਹੋ ਗਿਆ, ਠੀਕ ਹੈ, ਕੁਛ ਵੀ, ਐਨੀਥਿੰਗ, ਬਰਡਸ, ਵਾਲਸ, ਐਨੀਥਿੰਗ। ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਰੀਆਂ ਫਿਜ਼ੀਕਲ ਨੇ ਤੇ ਇਹ ਕਿਸ ਕੈਟੇਗਰੀ ਦੇ ਅੰਡਰ ਆਉਂਦੀਆਂ ਨੇ? ਇਹਨੂੰ ਅਸੀਂ ਕਹਿੰਦੇ ਹਾਂ ਫਿਜ਼ਿਕਸ ਦੀ ਕੈਟੇਗਰੀ ਦੇ ਅੰਡਰ ਆਉਂਦੀ ਹੈ ਇਹਨਾਂ ਦੀ ਸਟੱਡੀ। ਬਟ ਅਸੀਂ ਇਹਨਾਂ ਚੀਜ਼ਾਂ ਨੂੰ ਸੈਂਸ ਕਿਸ ਤਰ੍ਹਾਂ ਕਰ ਸਕਦੇ ਹਾਂ, ਕਿਸ ਤਰ੍ਹਾਂ ਜਾ ਸਕਦੇ ਹਾਂ? ਇਹਨਾਂ ਚੀਜ਼ਾਂ ਨੂੰ ਸੈਂਸ ਕਰਨ ਦੇ ਲਈ ਸਾਡੀ ਬਾਡੀ ਦੇ ਅੰਦਰ 5 ਸੈਂਸਰਸ ਨੇ, ਜਿਨ੍ਹਾਂ ਨੂੰ ਅਸੀਂ ਗਿਆਨ ਇੰਦਰੀਆਂ ਵੀ ਕਹਿੰਦੇ ਹਾਂ। ਪਹਿਲਾ ਸੈਂਸਰ, ਅਸੀਂ ਕਿਸੇ ਵੀ ਚੀਜ਼ ਨੂੰ ਟੱਚ ਕਰ ਸਕਦੇ ਹਾਂ। ਮੀਨਸ ਅਸੀਂ ਆਪਣੀ ਸਕਿਨ ਦੇ ਨਾਲ ਕਿਸੇ ਵੀ ਚੀਜ਼ ਨੂੰ ਟੱਚ ਕਰ ਰਹੇ ਹਾਂ। ਜਿਵੇਂ ਸਪੋਜ਼ ਕਰੋ, ਫੋਰ ਐਗਜ਼ਾਮਪਲ ਮੈਂ ਇਸ ਚੌਕ ਨੂੰ ਟੱਚ ਕੀਤਾ ਹੈ, ਠੀਕ ਹੈ, ਅਸੀਂ ਫੀਲ ਕਰ ਸਕਦੇ ਹਾਂ। ਮੀਨਸ ਕੋਈ ਵੀ ਅਗਰ ਬੀਕਰ ਹੈ, ਇਹ ਹੌਟ ਹੈ ਜਾਂ ਕੋਲਡ ਹੈ, ਅਸੀਂ ਉਸਨੂੰ ਟੱਚ ਕਰਕੇ ਦੱਸ ਸਕਦੇ ਹਾਂ। ਸੋ ਇਹ ਹੈ ਪਹਿਲਾ ਸੈਂਸਰ। ਦੂਸਰਾ ਸੈਂਸਰ, ਅਸੀਂ ਚੀਜ਼ਾਂ ਨੂੰ ਦੇਖ ਸਕਦੇ ਹਾਂ ਆਪਣੀ ਆਈਜ਼ ਦੇ ਨਾਲ। ਸਾਡੀਆਂ ਆਈਜ਼ ਨੇ ਜਿਹੜੀਆਂ, ਇਹ ਦੂਸਰਾ ਸੈਂਸਰ ਨੇ। ਅਸੀਂ ਦੇਖ ਕੇ ਦੱਸ ਸਕਦੇ ਹਾਂ ਕਿ ਰੂਮ ਦੇ ਵਿੱਚ ਲਾਈਟ ਹੈ, ਡਾਰਕ ਹੈ, ਕੀ ਚੱਲ ਰਿਹਾ। ਇਹ ਆਈਜ਼ ਸਾਡੀਆਂ ਦੂਸਰਾ ਸੈਂਸਰ ਨੇ। ਤੀਸਰੀ ਗੱਲ, ਅਸੀਂ ਆਪਣੇ ਕੰਨਾਂ ਦੇ ਨਾਲ ਸੁਣ ਸਕਦੇ ਹਾਂ। ਆਵਾਜ਼ ਨੂੰ ਸੁਣਾਈ ਦਿੰਦੀ ਹੈ ਸਾਨੂੰ, ਅਸੀਂ ਆਵਾਜ਼ ਤੋਂ ਡਿਸਟਿੰਗੁਇਸ਼ ਕਰ ਸਕਦੇ ਹਾਂ ਕਿ ਕੀ ਹੈ। ਮੀਨਸ ਅਗਰ ਕੋਈ ਸਾਨੂੰ ਬੁਲਾ ਰਿਹਾ ਹੈ, ਆਵਾਜ਼ ਤੋਂ ਅਸੀਂ ਪਰਸਨ ਨੂੰ ਵੀ ਡਿਫਰੈਂਸ਼ੀਏਟ ਕਰਦੇ ਹਾਂ ਕਿ ਕਿਸ ਪਰਸਨ ਦੀ ਆਵਾਜ਼ ਕਿਸ ਤਰ੍ਹਾਂ ਦੀ ਹੈ। ਔਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਵੌਇਸ ਅਲੱਗ-ਅਲੱਗ ਹੁੰਦੀ ਹੈ। ਸੋ ਈਅਰਸ ਨੇ ਜਿਹੜੇ ਸਾਡੇ, ਇਹ ਸਾਡਾ ਤੀਸਰਾ ਸੈਂਸਰ ਨੇ। ਚੌਥਾ, ਅਸੀਂ ਸਮੈਲ ਕਰ ਸਕਦੇ ਹਾਂ। ਅਲੱਗ-ਅਲੱਗ ਚੀਜ਼ਾਂ ਦੀ ਅਲੱਗ-ਅਲੱਗ ਫ੍ਰੈਗਰੈਂਸ ਹੁੰਦੀ ਹੈ। ਫਲਾਵਰਸ ਦੀ ਅਲੱਗ ਹੁੰਦੀ ਹੈ, ਕੁਛ ਵੈਜੀਟੇਬਲ ਜਾਂ ਫਰੂਟ ਖਰਾਬ ਹੋ ਗਿਆ, ਉਸਦੀ ਵੀ ਅਲੱਗ ਸਮੈਲ ਹੁੰਦੀ ਹੈ। ਤਾਂ ਚੌਥਾ ਸੈਂਸਰ ਸਾਡਾ ਸਮੈਲ ਕਰਨਾ ਹੈ। ਅਤੇ ਲਾਸਟ ਦੇ ਵਿੱਚ ਅਸੀਂ ਟੇਸਟ ਕਰ ਸਕਦੇ ਹਾਂ। ਅਸੀਂ ਆਪਣੀ ਟੰਗ ਦੇ ਨਾਲ ਚੀਜ਼ਾਂ ਨੂੰ ਟੇਸਟ ਕਰਕੇ ਸੈਂਸ ਕਰ ਸਕਦੇ ਹਾਂ ਵੀ ਇਹ ਮਿੱਠਾ ਹੈ, ਨਮਕੀਨ ਹੈ ਜਾਂ ਖੱਟਾ ਹੈ। ਸੋ ਸਾਡੀ ਬਾਡੀ ਦੇ ਅੰਦਰ ਇਹ 5 ਸੈਂਸਰ ਨੇ, ਜਿਨ੍ਹਾਂ ਨੂੰ ਅਸੀਂ ਯੂਜ਼ ਕਰਕੇ ਜੋ ਸਾਡਾ ਆਊਟਸਾਈਡ ਵਰਲਡ ਹੈ, ਜਿਹਨੂੰ ਅਸੀਂ ਫਿਜ਼ੀਕਲ ਕਿਹਾ ਹੈ, ਜੋ ਕਿ ਫਿਜ਼ਿਕਸ ਦੀ ਕੈਟੇਗਰੀ ਦੇ ਵਿੱਚ ਆਉਂਦਾ ਹੈ, ਇਹਨਾਂ ਦੀ ਨੌਲੇਜ ਨੂੰ ਐਨਹਾਂਸ ਕਰਦੇ ਹਾਂ। ਕਲੀਅਰ? ਸੋ ਫਿਜ਼ੀਕਲ ਵਰਲਡ ਅਸੀਂ ਕੀ ਕਹਿ ਸਕਦੇ ਹਾਂ? ਉਹ ਵਰਲਡ ਹੈ ਜੇ ਆਊਟਸਾਈਡ ਆਰ ਬਾਡੀ, ਮਤਲਬ ਸਾਡੀ ਬਾਡੀ ਤੋਂ ਬਾਹਰਲਾ ਉਹ ਵਰਲਡ, ਜਿਨ੍ਹਾਂ ਨੂੰ ਚੀਜ਼ਾਂ ਨੂੰ ਅਸੀਂ ਸੈਂਸ ਕਰ ਸਕੀਏ, ਉਹਨਾਂ ਨੂੰ ਕੀ ਕਹਾਂਗੇ ਅਸੀਂ? ਫਿਜ਼ੀਕਲ ਵਰਲਡ। ਸੋ ਦੋਸਤੋ, ਇਸ ਤੋਂ ਪਹਿਲਾਂ ਮੈਂ +1 ਦੇ ਵਿੱਚ ਤੁਹਾਨੂੰ +1 ਦੇ ਜਿਹੜੇ ਟੌਪਿਕ ਕਰਾ ਚੁੱਕਾ ਤੁਹਾਨੂੰ ਮੈਂ, ਉਹ ਹੈਗੇ ਨੇ ਡਾਇਮੈਂਸ਼ਨਲ ਐਨਾਲਿਸਿਸ ਤੇ ਐਰਰ ਐਨਾਲਿਸਿਸ। ਤੇ ਦੁਬਾਰਾ ਤੁਸੀਂ ਦੇਖ ਰਹੇ ਹੋਗੇ ਬੋਰਡ ਤੇ, ਫਿਰ ਮੈਂ ਫਿਜ਼ੀਕਲ ਕੁਆਂਟੀਟੀਜ਼ ਬਾਰੇ ਹੀ ਗੱਲ ਕਰਨ ਜਾ ਰਿਹਾ। ਪਰ ਇਸ ਵਾਰ ਗੱਲਬਾਤ ਥੋੜ੍ਹਾ ਦੂਸਰੀ ਤਰ੍ਹਾਂ ਕਰਾਂਗੇ ਆਪਾਂ। ਪਹਿਲਾਂ ਮੈਂ ਫਿਜ਼ੀਕਲ ਕੁਆਂਟੀਟੀਜ਼ ਨੂੰ ਕਲਾਸੀਫਾਈ ਕਰ ਚੁੱਕਾ ਤੁਹਾਨੂੰ 2 ਟਾਈਪ ਦੀਆਂ ਫਿਜ਼ੀਕਲ ਕੁਆਂਟੀਟੀਜ਼ ਦੇ ਵਿੱਚ। ਇੱਕ ਸੀਗੀਆਂ ਆਪਣੀਆਂ ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀਜ਼ ਤੇ ਦੂਸਰੀਆਂ ਸੀਗੀਆਂ ਡਿਰਾਈਵਡ ਫਿਜ਼ੀਕਲ ਕੁਆਂਟੀਟੀਜ਼। ਹੁਣ ਮੈਂ ਇੱਕ ਵਾਰ ਦੁਬਾਰਾ ਫਿਜ਼ੀਕਲ ਕੁਆਂਟੀਟੀਜ਼ 'ਤੇ ਹੀ ਆ ਗਿਆ ਫਿਰ। ਅਤੇ ਫਿਜ਼ੀਕਲ ਕੁਆਂਟੀਟੀਜ਼ ਨੂੰ ਮੈਂ ਹੁਣ 2 ਤਰ੍ਹਾਂ ਕਲਾਸੀਫਾਈ ਕਰਨ ਜਾ ਰਿਹਾ ਫਿਰ, ਸਕੇਲਰ ਫਿਜ਼ੀਕਲ ਕੁਆਂਟੀਟੀਜ਼ ਅਤੇ ਵੈਕਟਰ ਫਿਜ਼ੀਕਲ ਕੁਆਂਟੀਟੀਜ਼। ਵੈਸੇ ਮੇਰਾ ਮਕਸਦ ਇਹੀ ਹੈ ਕਿ ਮੈਂ ਤੁਹਾਨੂੰ ਵੈਕਟਰ ਫਿਜ਼ੀਕਲ ਕੁਆਂਟੀਟੀਜ਼ ਬਾਰੇ ਸਮਝਾਉਣਾ ਹੈ ਸਾਰਾ ਕੁਝ। ਇਹਦੇ ਬਾਰੇ ਮੈਂ ਸਮਝਾਇਆ ਕਿਉਂਕਿ ਮੇਰੇ ਟੌਪਿਕ ਦਾ ਨਾਮ ਵੀ ਇੰਟਰੋਡਕਸ਼ਨ ਟੂ ਵੈਕਟਰਸ ਹੀ ਹੈ। ਇਸ ਤੋਂ ਪਹਿਲਾਂ ਮੈਂ ਹੁਣ ਵੈਕਟਰਸ ਬਾਰੇ ਕੋਈ ਹੋਰ ਗੱਲਬਾਤ ਕਰਾਂ, ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਹੁਣੀ ਕਿ ਫਿਜ਼ਿਕਸ ਦੇ ਵਿੱਚ ਜਿੱਥੇ ਤੱਕ ਹੁਣ ਤੱਕ ਸਾਰੀ ਮੇਰਾ ਜਿਹੜਾ ਪੜ੍ਹਾਉਣ ਦਾ ਵੀ ਰਿਹਾ ਐਕਸਪੀਰੀਅੰਸ, ਉਹਦੇ ਵਿੱਚ ਮੈਂ ਇੱਕ ਗੱਲ ਦੇਖੀ ਹੈ ਕਿ 2 ਹੀ ਟੌਪਿਕ ਨੇ ਜਿਹੜੇ ਫਿਜ਼ਿਕਸ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਨੇ, ਜਿਹੜੇ ਕਿਸੇ ਬੱਚੇ ਨੂੰ ਜੇ ਸਮਝ ਆ ਗਏ ਤਾਂ ਉਸਨੂੰ ਫਿਜ਼ਿਕਸ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆ ਸਕਦੀ। ਉਹ ਜਿਹੜੇ 2 ਟੌਪਿਕ ਨੇ, ਉਹਨਾਂ 'ਚੋਂ ਇੱਕ ਟੌਪਿਕ ਇਹੀ ਆ ਵੈਕਟਰਸ ਦਾ, ਕਿ ਤੁਹਾਨੂੰ ਵੈਕਟਰਸ ਦੇ ਵਿੱਚ ਡੀਲ ਕਰਨਾ ਆ ਜਾਵੇ। ਦੂਸਰਾ ਟੌਪਿਕ ਹੁੰਦਾ ਪੋਟੈਂਸ਼ੀਅਲ ਐਨਰਜੀ ਦਾ। ਸੋ ਆਉਣ ਵਾਲੇ ਆਪਣੇ ਲੈਕਚਰਸ ਦੇ ਵਿੱਚ ਮੈਂ ਅੱਗੇ ਜਾ ਕੇ ਪੋਟੈਂਸ਼ੀਅਲ ਐਨਰਜੀ ਬਾਰੇ ਇੱਕ ਦਿਨ ਗੱਲ ਕਰੂੰਗਾ ਤੁਹਾਡੇ ਨਾਲ ਪੂਰੀ। ਅੱਜ ਮੈਂ ਗੱਲ ਕਰ ਰਿਹਾ ਵੈਕਟਰਸ ਦੇ ਬਾਰੇ। ਇਹ 2 ਟੌਪਿਕ ਜਿਹਨੂੰ ਆਉਂਦੇ ਆ ਚੰਗੀ ਤਰ੍ਹਾਂ, ਉਸ ਨੂੰ ਫਿਜ਼ਿਕਸ ਦੇ ਵਿੱਚ ਤਾਂ ਕੋਈ ਪ੍ਰੋਬਲਮ ਨਹੀਂ ਆ ਸਕਦੀ ਫਿਰ। ਸੋ ਇਸ ਲਈ ਬਹੁਤ ਧਿਆਨ ਨਾਲ ਸਮਝੋ ਮੇਰੀ ਗੱਲ ਨੂੰ। ਅਤੇ ਥੋੜ੍ਹਾ ਜਿਹਾ ਜਿਵੇਂ ਥੋੜ੍ਹਾ ਬਹੁਤਾ ਸ਼ਾਇਦ ਤੁਸੀਂ ਹੁਣ ਕਿਤਾਬਾਂ ਵਿੱਚ ਪੜ੍ਹਿਆ ਵੀ ਹੋਣਾ ਇਹਦੇ ਬਾਰੇ, ਸਕੂਲ ਦੇ ਵਿੱਚ ਵੀ ਇਹਦੇ ਲੈਕਚਰ ਲੱਗ ਚੁੱਕੇ ਹੋਣੇ ਆ। ਸੋ ਥੋੜ੍ਹਾ ਜਿਹਾ ਕਈ ਵਾਰ ਤੇਜ਼ ਹੋ ਜਾਂਦਾ ਕੰਮ, ਅਤੇ ਉਹਦੇ ਕਰਕੇ ਆਪਾਂ ਨੂੰ ਨਹੀਂ ਪਤਾ ਲੱਗਦੀ ਉਹ ਗੱਲ ਉਨੀ ਚੰਗੀ ਤਰ੍ਹਾਂ। ਮੈਂ ਬਹੁਤ ਆਰਾਮ ਨਾਲ ਤੁਹਾਨੂੰ ਸਮਝਾਊਂਗਾ ਵੈਕਟਰਸ ਕੀ ਹੁੰਦਾ, ਅਤੇ ਤੁਸੀਂ ਵੀ ਉਸੇ ਤਰ੍ਹਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਫਿਜ਼ੀਕਲ ਕੁਆਂਟੀਟੀਜ਼ ਕੀ ਹੁੰਦੀ ਆ ਇਹਦੇ ਵਿੱਚ ਨਹੀਂ ਜਾਂਦੇ ਆਪਾਂ ਨੂੰ ਪਤਾ ਹੈ। ਫਿਜ਼ੀਕਲ ਕੁਆਂਟੀਟੀਜ਼ ਨੂੰ ਹੁਣ ਮੈਂ 2 ਤਰ੍ਹਾਂ ਕਲਾਸੀਫਾਈ ਕੀਤਾ, ਸਕੇਲਰ ਫਿਜ਼ੀਕਲ ਕੁਆਂਟੀਟੀਜ਼ ਅਤੇ ਵੈਕਟਰ ਫਿਜ਼ੀਕਲ ਕੁਆਂਟੀਟੀਜ਼।
ਸਭ ਤੋਂ ਪਹਿਲਾਂ ਇਹਨਾਂ ਦੀ ਡੈਫੀਨੇਸ਼ਨ 'ਚ ਜਾਂਦੇ ਆਪਾਂ ਕਿ ਸਕੇਲਰ ਫਿਜ਼ੀਕਲ ਕੁਆਂਟੀਟੀਜ਼ ਕੀ ਇੱਕ ਤਾਂ ਹੋਰ ਗੱਲ ਆ, ਇਹਨੂੰ ਆਪਾਂ ਸਕੇਲਰਸ ਵੀ ਕਹਿੰਦੇ ਆ, ਇਹਦਾ ਛੋਟਾ ਨਾਮ ਆ ਸਕੇਲਰਸ, ਇਹਨਾਂ ਨੂੰ ਆਪਾਂ ਕਹਿ ਦਿੰਦੇ ਆ ਵੈਕਟਰਸ। ਸੋ ਇਹ ਇਸ ਤਰ੍ਹਾਂ ਛੋਟਾ ਨਾਮ ਹੀ ਹੈ ਇਹਨਾਂ ਦਾ, ਜ਼ਰੂਰ ਨਹੀਂ ਕਿ ਆਪਾਂ ਪੂਰਾ ਸਕੇਲਰ ਫਿਜ਼ੀਕਲ ਕੁਆਂਟੀਟੀ ਲਿਖਾਂ। ਸਕੇਲਰਸ ਐਂਡ ਵੈਕਟਰਸ। ਸਕੇਲਰ ਫਿਜ਼ੀਕਲ ਕੁਆਂਟੀਟੀਜ਼ ਕਿਹੜੀਆਂ ਹੁੰਦੀਆਂ ਨੇ? ਉਹ ਕੁਆਂਟੀਟੀਜ਼ ਜਿਨ੍ਹਾਂ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਸਾਨੂੰ ਇਕੱਲੇ ਮੈਗਨੀਟਿਊਡ ਦੀ ਲੋੜ ਪੈਂਦੀ ਹੈ, ਜਿਨ੍ਹਾਂ ਦਾ ਸਿਰਫ ਮੈਗਨੀਟਿਊਡ ਹੁੰਦਾ ਆ। ਹੁਣ ਮੈਗਨੀਟਿਊਡ ਬਾਰੇ ਵੀ ਮੇਰੇ ਪਿਛਲੇ ਲੈਕਚਰਸ ਵਿੱਚ ਮੈਂ ਚੰਗੀ ਤਰ੍ਹਾਂ ਗੱਲ ਕੀਤੀ ਹੋਈ ਹੈ, ਤੁਹਾਨੂੰ ਪਤਾ ਹੋਣਾ। ਮੈਗਨੀਟਿਊਡ ਦੋ ਚੀਜ਼ਾਂ ਤੋਂ ਮਿਲ ਕੇ ਬਣਦਾ ਹੈ, ਜਿਵੇਂ ਫੋਰ ਐਗਜ਼ਾਮਪਲ ਆ ਮਾਸ ਹੈ, ਮੰਨ ਲਓ 4 ਕਿਲੋਗ੍ਰਾਮ, ਸੋ ਇਹਦਾ ਮੈਗਨੀਟਿਊਡ ਹੈ। ਸਕੇਲਰ ਫਿਜ਼ੀਕਲ ਕੁਆਂਟੀਟੀਜ਼ ਨੂੰ ਲਿਖਦੇ ਹੋਏ ਇਹਨਾਂ ਦਾ ਇਕੱਲੇ ਮੈਗਨੀਟਿਊਡ ਲਿਖ ਦੇਣਾ ਕਾਫੀ ਹੁੰਦਾ ਆ। ਇਹਦੇ ਤੋਂ ਹੀ ਤੁਹਾਨੂੰ ਕੁਆਂਟੀਟੀ ਦੇ ਬਾਰੇ ਪੂਰੀ ਜਾਣਕਾਰੀ ਮਿਲ ਜਾਂਦੀ ਹੈ। ਜੇ 4 ਕਿਲੋਗ੍ਰਾਮ ਮੈਂ ਲਿਖਤਾ ਤਾਂ ਮਾਸ ਦੇ ਬਾਰੇ ਸਾਰੀ ਜਾਣਕਾਰੀ ਮੈਂ ਦੇ ਦਿੱਤੀ ਆ। ਹੁਣ ਇਸ ਦੇ ਬਾਰੇ ਕੋਈ ਵੀ ਹੋਰ ਜਾਣਕਾਰੀ ਦੀ ਸਾਨੂੰ ਲੋੜ ਹੀ ਨਹੀਂ ਹੈ। ਜੇ ਅਸੀਂ ਕਿਸੇ ਬਾਡੀ ਦੇ ਮਾਸ ਨੂੰ ਰਿਪਰੈਜ਼ੈਂਟ ਕਰਨਾ ਆ ਤਾਂ ਇਹ ਹੋ ਗਿਆ ਕੰਪਲੀਟ ਮੈਗਨੀਟਿਊਡ ਲਿਖਣ ਵਾਲੀ। ਇਸੇ ਤਰ੍ਹਾਂ ਟਾਈਮ ਆ, ਟਾਈਮ ਨੂੰ ਲਿਖਣ ਲਈ ਵੀ ਤੁਹਾਨੂੰ ਲਿਖ ਦਿਓ 2 ਆਵਰਸ ਮੰਨ ਲਓ, ਇਹਦੇ ਨਾਲ ਹੀ ਆਪਣੀ ਜਾਣਕਾਰੀ ਕੰਪਲੀਟ ਹੋ ਜਾਂਦੀ ਹੈ। ਸੋ ਸਕੇਲਰ ਕੁਆਂਟੀਟੀਜ਼ ਉਹ ਹੁੰਦੀਆਂ ਨੇ ਜਿਨ੍ਹਾਂ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਸਾਨੂੰ ਇਕੱਲੇ ਮੈਗਨੀਟਿਊਡ ਦੀ ਲੋੜ ਪੈਂਦੀ ਹੈ। ਬਸ ਮੈਗਨੀਟਿਊਡ ਲਿਖਤਾ ਤਾਂ ਜਾਣਕਾਰੀ ਕੰਪਲੀਟ ਹੋ ਜਾਂਦੀ ਹੈ ਆਪਣੀ। ਦੋਸਤੋ, ਇਸ ਤੋਂ ਪਹਿਲਾਂ ਮੈਂ ਹੁਣ ਤੁਹਾਡੇ ਨਾਲ ਵੈਕਟਰਸ ਬਾਰੇ ਕਾਫੀ ਗੱਲ ਕਰ ਚੁੱਕਾ ਹਾਂ। ਵੈਕਟਰਸ ਦੇ ਬਾਰੇ ਮੈਂ ਉਹਦੀ ਇੰਟਰੋਡਕਸ਼ਨ ਤੋਂ ਲੈ ਕੇ ਵੈਕਟਰ ਦੀ ਐਡੀਸ਼ਨ ਸਬਟਰੈਕਸ਼ਨ ਦੇ ਬਾਰੇ ਗੱਲ ਕੀਤੀ ਤੁਹਾਡੇ ਨਾਲ। ਵੈਕਟਰ ਦੇ ਕਈ ਟਾਈਪਸ ਦੇਖੇ ਆਪਾਂ, ਵੈਕਟਰ ਨੈਗੇਟਿਵ ਕਦੋਂ ਹੁੰਦੇ ਨੇ ਜਾਂ ਨੈਗੇਟਿਵ ਵੈਕਟਰ ਦਾ ਕੀ ਮਤਲਬ ਹੁੰਦਾ ਹੈ, ਇਹ ਸਾਰੀਆਂ ਗੱਲਾਂ ਮੈਂ ਕਰ ਚੁੱਕਾ ਤੁਹਾਡੇ ਨਾਲ। ਹੁਣ ਇਹ ਸਹੀ ਟਾਈਮ ਆ ਜਿਹਦੇ ਤੇ ਮੈਂ ਅਗਲਾ ਜਿਹੜਾ ਸੈਕਿੰਡ ਯੂਨਿਟ ਆਪਣਾ ਉਹ ਪ੍ਰੋਪਰਲੀ ਸਟਾਰਟ ਕਰ ਸਕਦਾ। ਵੈਸੇ ਤੁਸੀਂ ਆਪਣਾ ਜਦੋਂ ਸੈਕਿੰਡ ਯੂਨਿਟ ਜਿਹੜਾ ਆ +1 ਦੀ ਫਿਜ਼ਿਕਸ ਦੀ ਬੁੱਕ ਦਾ ਓਪਨ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਜਿਹੜਾ ਚੈਪਟਰ ਹੁੰਦਾ ਹੈ ਉਹ ਕਾਈਨੈਮੈਟਿਕਸ 'ਚ ਆਉਂਦਾ ਹੈ, ਮੋਸ਼ਨ ਇਨ 1 ਡਾਇਮੈਂਸ਼ਨ, ਜਾਂ ਫਿਰ ਕਈ ਕਿਤਾਬਾਂ 'ਚ ਲਿਖਿਆ ਹੁੰਦਾ ਮੋਸ਼ਨ ਇਨ ਸਟ੍ਰੇਟ ਲਾਈਨ। ਠੀਕ, उसदे विच की है कि गल डिटेल विच अगे करन दे लई सानू स्केलर ते वैक्टर क्वांटिटीज़ दी जिहड़ी समझ है उहदी जरूरत पैंदी है। इसलिए मैं तुहानू बिल्कुल ही होर किसी सीक्वेंस विच काम कराया सारा, क्योंकि मैं तुहानू वैक्टर्स पहला ही करा दिते ने। वैक्टर्स के बारे में जानकारी पहला दी है तुहानू, क्योंकि उहदी मैनूं लोड़ पऊगी इत्थे ते काफ़ी हैल्प मिलूगी सानू ये गल समझण दे लई। वैसे क्योंकि ये मोशन इन 1 डायमेंशन है, कई जगह ते सानू जे असी वैक्टर्स की समझ नहीं भी रखते तां भी काम चल जाता है जरूर, पर ज़्यादा बैटर जे आपां गल नूं समझना चाहते हैं तो सानू वैक्टर्स की समझ होनी जरूरी है। वो गल मैं कर चुका, हुण मैं इस तो अगे गल नूं ऐड करदा अपनी नूं, दैट मोशन इन 1 डायमेंशन च मैं की पढ़ूंगा। सब तो पहला तो हुण आपां जिहड़ा टॉपिक पढ़न जा रहे हैं, जिहड़ा इस यूनिट 2 है, जिहड़ा ये काइनेमैटिक्स का विषय है। सो मैं मकैनिक्स के बारे गल करदा। सब तो पहला मकैनिक्स विच आपां की पढ़दे हैं, ਜਦੋਂ ਆਪਾਂ ਡਾਇਮੈਂਸ਼ਨਲ ਐਨਾਲਿਸਿਸ ਪੜ੍ਹ ਰਹੇ ਸੀ ਉਦੋਂ ਵੀ ਇੱਕ ਆਪਾਂ ਯੂਜ਼ ਕੀਤਾ ਸੀ ਵਰਡ ਮਕੈਨਿਕਸ। ਮੈਂ ਤੁਹਾਨੂੰ ਕਿਹਾ ਸੀ ਕਿ ਮਕੈਨਿਕਸ ਦੇ ਵਿੱਚ 3 ਫੰਡਾਮੈਂਟਲ ਕੁਆਂਟੀਟੀਜ਼ ਹੁੰਦੀਆਂ ਨੇ, ਮਾਸ, ਲੈਂਥ ਤੇ ਟਾਈਮ। ਬਾਅਦ ਵਿੱਚ ਆਪਾਂ ਉਹਨੂੰ ਐਕਸਟੈਂਡ ਕਰਕੇ ਜਦੋਂ SI ਸਿਸਟਮ ਬਣਾਇਆ ਸੀ ਤਾਂ 7 ਫੰਡਾਮੈਂਟਲ ਕੁਆਂਟੀਟੀਜ਼ ਆਈਆਂ ਸੀ ਆਪਣੇ ਕੋਲ। ਪਰ ਮਕੈਨਿਕਸ ਲਈ ਸਾਨੂੰ ਸਿਰਫ 3 ਫੰਡਾਮੈਂਟਲ ਕੁਆਂਟੀਟੀਜ਼ ਦੀ ਲੋੜ ਸੀ, ਉਹਦੇ ਨਾਲ ਆਪਣਾ ਕੰਮ ਚੱਲ ਜਾਂਦਾ ਸੀ। ਮਕੈਨਿਕਸ ਆਪਾਂ ਮੋਸ਼ਨ ਸਟੱਡੀ ਕਰਦੇ ਹਾਂ, ਆਪਣੇ ਆਸ-ਪਾਸ ਜੋ ਮੋਸ਼ਨ ਵਿੱਚ ਆਬਜੈਕਟਸ ਨੇ ਤੇ ਮੋਸ਼ਨ ਦਾ ਕਾਜ਼ ਵੀ ਸਟੱਡੀ ਕਰਦੇ ਹਾਂ ਕਿ ਉਹ ਫੋਰਸ ਕਿੰਨਾ ਲੱਗ ਰਿਹਾ, ਕਿੰਨੀ ਐਕਸਲਰੇਸ਼ਨ ਹੈ, ਇਹ ਸਾਰਾ ਆਪਣੇ ਆਸ-ਪਾਸ ਜੋ ਹੁੰਦਾ ਹੈ ਇਹਨੂੰ ਮਕੈਨਿਕਸ ਕਹਿੰਦੇ ਆ। ਮਕੈਨਿਕਸ ਦੀ ਅੱਗੇ ਬ੍ਰਾਂਚਿਸ ਨੇ, ਦੇਖੋ ਕੀ ਮਕੈਨਿਕਸ ਦੀ ਜਿਹੜੀ ਬ੍ਰਾਂਚਿਸ ਨੇ 3 ਮੇਨ ਬ੍ਰਾਂਚਿਸ ਨੇ ਹੈਗੇ, ਸਟੈਟਿਕਸ, ਡਾਇਨਾਮਿਕਸ ਤੇ ਕਾਈਨੈਮੈਟਿਕਸ। ਇਹਨਾਂ ਦਿਨਾਂ ਦੀ ਜਿਵੇਂ ਐਜ਼ ਸੱਚ ਡੈਫੀਨੇਸ਼ਨ ਬਾਰੇ ਪੇਪਰਾਂ ਵਿੱਚ ਤਾਂ ਨਹੀਂ ਕੁਝ ਪੁੱਛਿਆ ਜਾਂਦਾ ਇਸ ਤਰ੍ਹਾਂ ਸੱਚ, ਪਰ ਮਤਲਬ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹਨਾਂ 'ਚ ਫਰਕ ਕੀ ਹੈ। ਤੇ ਜਿਹੜਾ ਯੂਨਿਟ ਮੈਂ ਤੁਹਾਨੂੰ ਪੜ੍ਹਾਉਣ ਜਾ ਰਿਹਾ ਹੁਣ, ਜਿਹੜਾ ਯੂਨਿਟ 2 ਆ, ਉਹ ਹੈਗਾ ਕਾਈਨੈਮੈਟਿਕਸ। ਤੇ ਇਹਦੇ ਨਾਲ ਤੁਹਾਨੂੰ ਪਤਾ ਲੱਗ ਜਾਏਗਾ ਕਿ ਅਸੀਂ ਇਸ ਪੂਰੇ ਯੂਨਿਟ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਾਂਗੇ ਤੇ ਕਿਸ ਤਰ੍ਹਾਂ ਉਹਨੂੰ ਦੇਖਾਂਗੇ ਕਿ ਕਾਈਨੈਮੈਟਿਕਸ ਦੇ ਅੰਡਰ ਕਿਹੜੀ ਪ੍ਰੋਬਲਮਸ ਆਉਂਦੀਆਂ ਨੇ। ਸੋ ਸਟੈਟਿਕਸ ਦੇ ਵਿੱਚ ਅਸੀਂ ਉਹ ਆਬਜੈਕਟਸ ਨੂੰ ਸਟੱਡੀ ਕਰਦੇ ਹਾਂ ਜਿਹੜੇ ਰੈਸਟ ਵਿੱਚ ਹੁੰਦੇ ਨੇ। ਸੋ ਸਟੈਟਿਕਸ 'ਚ ਆਪਾਂ ਉਹ ਪੜ੍ਹਦੇ ਜਾਂ ਬੋਡੀਜ਼ ਜਾਂ ਆਬਜੈਕਟਸ ਕਹਿ ਲਈਏ ਐਟ ਰੈਸਟ। ਹੁਣ ਕਈ ਵਾਰ ਐਵੇਂ ਲੱਗਦਾ ਆਪਾਂ ਨੂੰ ਕਿ ਵੀ ਜਿਹੜੇ ਰੈਸਟ ਵਿੱਚ ਇਹਨਾਂ ਨੂੰ ਪੜ੍ਹਨਾ ਹੀ ਕੀ ਹੈ, ਹੈ ਨਾ, ਵੀ ਕੋਈ ਬੋਡੀ ਰੈਸਟ ਵਿੱਚ ਹੈ, ਜਦੋਂ ਮਤਲਬ ਮੋਸ਼ਨ 'ਚ ਹੀ ਨਹੀਂ ਹੈ ਤਾਂ ਫਿਰ ਅਸੀਂ ਕੀ ਪੜ੍ਹਾਂਗੇ ਉਹਦਾ। ਸੋ ਬੇਸਿਕਲੀ ਇੱਥੇ ਅਸੀਂ ਇਕੁਇਲਿਬਰੀਅਮ ਆਫ ਫੋਰਸਿਸ ਬਾਰੇ ਪੜ੍ਹਦੇ ਹਾਂ, ਕਿਉਂਕਿ ਕੋਈ ਬੋਡੀ ਰੈਸਟ ਵਿੱਚ ਜੇ ਹੁੰਦੀ ਆ ਤਾਂ ਉਹਦੇ ਉੱਪਰ ਨੈਟ ਫੋਰਸ 0 ਹੁੰਦਾ ਆ,
पर ਇਹਦਾ मतलब ਇਹ ਨਹੀਂ ਹੈ ਕਿ ਉਹਦੇ ਉੱਪਰ ਕੋਈ ਫੋਰਸ ਨਹੀਂ ਲੱਗ ਰਿਹਾ। आई मीन फोर्स लग रहे ने, वो सारे फोर्स मिल के जो ऐड करते हैं, चाहे ट्रायंगल लॉ नाल चाहे पैरेललोग्राम लॉ नाल, वो ऐड होके जीरो हो जाता फोर्स। जिवें हुण फॉर एग्जांपल मैं कोई स्टैटिक विच आया गल करदा, आ टेबल है, मान लो टेबल के ऊपर कोई ऑब्जेक्ट रखिया, हुण ऑब्जेक्ट रखिया एम मास है वो रेस्ट ते ही है, तो ये विषय अपना स्टैटिक्स का विषय है। पर रेस्ट ते क्यों होंदा है? क्योंकि इहदा जिहड़ा वेट नीचे इनवैक्ट करता है एम जी, तो ये करके जी नॉर्मल रिएक्शन मिलती है अकॉर्डिंग टू न्यूटन्स थर्ड लॉ, वो उपर नूं मिलती है, तो वो जी नॉर्मल रिएक्शन है वो भी वेट के बराबर होंगी है, इसलिए कोई मेज से कोई चीज़ रखी होंगी है हमेशा। सो इस तरह के जोड़े इक्विलिब्रियम ऑफ फोर्सिस आप स्टडी करते हैं, ये स्टैटिक्स के आ जाता। मेरा हुण तां ये विषय नहीं है, इसलिए इनू मैं डिटेल च नहीं आता। सो स्टैटिक्स के असी बॉडीज़ नूं पढ़ते हैं या वो ऑब्जेक्ट्स नूं पढ़ते हैं जोड़े रैसट विच हुंदे ने। दोस्तों अज का जो मैं लैक्चर देन जा रहा ये कोई 11वीं क्लास ਲਈ या 12वीं क्लास ਲਈ नहीं है, ये लैक्चर सारिਆਂ ਦੇ ਲਈ ਆ। हो सकता कैलकुलस के बारे हले बच्चे कई बीटेक च एडमिशन लै लेंदे ने, तो उदों भी उन्होंने थोड़ा पता घट जानकारी होंदी है। सो मैं बहुत बेसिक तो गल्लां करूँगा कैलकुलस के बारे। टॉपिक का नाम है कैलकुलस। कैलकुलस का मतलब कैलकुलेट करन तो ही आ कि कैलकुलेट करने के कुछ तरीके। हुण तुसीं सोचोगे कैलकुलेट करना तो सानूं आंदा ही है, भी असीं ऐड करना, सबट्रैक्ट करना, मल्टीप्लाई करना, डिवाइड करना, है ना, स्केयर रूट लेना, स्केयर करना, ये सब चीज़ां असीं जाणदे हां, वो तो तुसीं जाणदे हो। पर जदों आपां फिजिक्स दे विच डील करदे हां, कैमिस्ट्री विच डील करदे हां, तो कई इदां दे फिनोमिना ने जिन्हां विच कोई जानकारी प्राप्त करन लई कैलकुलेट करदे हां असीं, तां ओह प्लस माइनस या मल्टीप्लाई डिवाइड करके अपना सरदा नहीं गा। सानू वो जानकारी लैण दे लई जिहड़ी टैक्नीक दा इस्तेमाल करना पैंदा वो कैलकुलस। कैलकुलस दी काढ़ भी न्यूटन ने कड्ढी है, ठीक है। तुसीं आइजैक न्यूटन का नाम सुनिया ही आ। तो न्यूटन ने जिवें फोर्स के बारे, लॉज ऑफ मोशन ते सानू ग्रैविटेशन की गल की है, होर बहुत सारिया गल्लां। न्यूटन की सब तो जिहड़ी ज़्यादा इंपॉर्टेंट जो आपां नूं टैक्नीक दी उन्होंने वो है कैलकुलस। वैसे लिबनिट्स एक मैथमैटिशियन सी, लिबनिट्स ने भी कैलकुलस बारे जिवें यही सारिया गल्लां याद कीतियां सी, पर वो उन्हों का आपस में कोई संपर्क नहीं सीगा कि भी किसी ने किसी तो नकल नहीं सी मारी। कहने का भाव है कि क्योंकि विज्ञान हुंदा ही इदां दा आ, विज्ञान अपने उस रूप च विकसित हुंदा है जिस रूप च विज्ञान हुंदा आ। वो चाहे हो सकता कि कुछ सदियां बाद होवे या कुछ सदियां पहला होया होवे, वो अपने रूप च ही विकसित हुंदा है। गल करते हैं कैलकुलस की है। कैलकुलस दे विच ही आपां दो तरह के ऑपरेशनस, दो तरह दी टैक्नीक्स की गल आपां ज़्यादातर करके करते हैं। देखो कैलकुलस दे विच तुसीं पढ़दे हो एक डिफरेंशिएशन एंड दूसरी चीज़ तुसीं पढ़दे हो इंटीग्रेशन। डिफरेंशिएशन ते इंटीग्रेशन। सो ये तुहाडे किताबां विच फार्मूले वगैरह होंदे ने भी इहदा आ फार्मूला आ, इहदा आ फार्मूला आ। मैं फार्मूलियां ते ज़्यादा नहीं जाना चाहता, फार्मूले तो तुहानूं पता ही ने, तुसीं किताब खोलोगे तो देख ही लोगे फार्मूले की ने। मैं उन्होंने कुछ फार्मूले कुछ डिराइव करके डिवेलप करके दिखाऊँगा, तो मैं ये गल करूँगा तुहाडे नाल कि इन्हां गल्लां दा मतलब की है, तो इन्हां दा जिहड़ी टैक्नीक्स ने डिफरेंशिएशन या इंटीग्रेशन, इहदा आपां इस्तेमाल कदों करदे हां, क्यों करदे हां, किवें करदे हां, मैं इहदे उपर अपनी जिहड़ी गल सारी वो ज़्यादा करूँगा। हेलो स्टूडेंट्स, तो आस करदी हाँ तुसीं सब ठीक ठाक होवोगे। अज आपां शुरू करन जा रहे हाँ +1 क्लास का 3rd यूनिट। सो इस तो पहला तुसीं 2 यूनिट्स पढ़ चुके हो, जिहदे विच तुसीं फर्स्ट यूनिट की गल की, दैट इज़ फिजिकल वर्ड एंड मेजरमेंट, वो तुसीं ऑलरेडी पढ़ चुके हैं, पढ़ लिया है। सैकेंड यूनिट वो है काइनेमैटिक्स, और उस तो नैक्सट यूनिट जो अज आप स्टार्ट करन जा रहे हैं दैट इज़ द 3rd यूनिट, और यूनिट का नाम है लॉज ऑफ मोशन। सो ये यूनिट का नाम लॉज ऑफ मोशन। सो लॉज ऑफ मोशन के अंडर आप की है 3 चैप्टर स्टडी करांगे। सो 3 चैप्टर्स 1 बाय 1। फर्स्ट चैप्टर है वो है फोर्स का, जो कि आज आप स्टार्ट करने जा रहे हैं, दैट इज़ फोर्स। सेकेंड चैप्टर जो आप अंडर स्टडी करना है दैट इज़ फ्रिक्शन, और थर्ड चैप्टर जो आप इस यूनिट्स पढ़ांगे वो है डायनेमिक्स ऑफ सर्कुलर मोशन। सो ये अपने 3 चैप्टर हैं जो मेन हेडिंग की हैं लॉज ऑफ मोशन, वो अंडर आप कवर करांगे। सो लेट अस स्टार्ट विद चैप्टर नंबर 1, और चैप्टर का नाम की है दैट इज़ फोर्स। हुण इस तो पहले तुसी जो यूनिट पढ़िया है दैट इज़ काइनेमैटिक्स।
ਸੋ ਕਾਈਨੈਮੈਟਿਕਸ ਦੇ ਵਿੱਚ ਆਪਾਂ ਗੱਲ ਕੀਤੀ ਅਬਾਊਟ ਮੋਸ਼ਨ। ਸੋ ਉਹਦੇ ਵਿੱਚ ਆਪਾਂ ਡਿਫਰੈਂਟ ਕਨਸੈਪਟਸ ਪੜ੍ਹੇ। ਡਿਸਪਲੇਸਮੈਂਟ ਦੀ ਗੱਲ ਕੀਤੀ, ਡਿਸਪਲੇਸਮੈਂਟ ਤੋਂ ਬਾਅਦ ਆਪਾਂ ਵੈਲੋਸਿਟੀ ਤੋਂ ਬਾਅਦ ਐਸਲਰੇਸ਼ਨ। ਸੋ ਇਹ ਸਭ ਨੂੰ ਆਪਾਂ ਚੰਗੀ ਤਰ੍ਹਾਂ ਸਮਝਿਆ, ਪਲੱਸ ਇਹਨਾਂ ਦੇ ਵਿੱਚ ਕੀ ਰਿਲੇਸ਼ਨ ਹੈ ਉਹ ਚੀਜ਼ ਵੀ ਆਪਾਂ ਫਾਈਂਡ ਆਊਟ ਕੀਤੀ। ਨਾ ਹੁਣ ਨੈਕਸਟ ਇਸ ਯੂਨਿਟ ਦੇ ਵਿੱਚ, ਇਸ ਚੈਪਟਰ ਦੇ ਵਿੱਚ ਜਿਹਦਾ ਨਾਮ ਫੋਰਸ ਹੈ, ਇਹਦੇ 'ਚ ਆਪਾਂ ਦੇਖਾਂਗੇ ਕਿ ਕਾਜ਼ ਆਫ ਮੋਸ਼ਨ ਕੀ ਹੈ। ਸੋ ਆਪਾਂ ਪਿਛਲੇ ਯੂਨਿਟ ਦੇ ਵਿੱਚ ਗੱਲ ਕੀਤੀ ਕਿ ਮੋਸ਼ਨ ਕੀ ਹੈ, ਸੋ ਉਹਦੇ ਨਾਲ ਰਿਲੇਟਡ ਡਿਫਰੈਂਟ ਕਨਸੈਪਟਸ ਪੜ੍ਹੇ, ਉਹਨਾਂ ਦਾ ਆਪਸ ਦੇ ਵਿੱਚ ਰਿਲੇਸ਼ਨ ਪੜ੍ਹਿਆ। ਨਾਓ ਇਨ ਦਿਸ ਯੂਨਿਟ, ਇਸ ਯੂਨਿਟ ਦੇ ਵਿੱਚ ਆਪਾਂ ਦੇਖਾਂਗੇ ਕਿ ਵਾਟ ਇਜ਼ ਦਾ ਕਾਜ਼ ਆਫ ਮੋਸ਼ਨ, ਕਿ ਮੋਸ਼ਨ ਕਿਉਂ ਹੁੰਦਾ ਹੈ ਜਾਂ ਕਿਉਂ ਅਰਾਈਜ਼ ਹੁੰਦਾ ਹੈ ਜਾਂ ਕਿਉਂ ਪੈਦਾ ਹੁੰਦਾ ਹੈ। ਹੈਲੋ ਸਟੂਡੈਂਟਸ, ਅੱਜ ਆਪਾਂ ਟੀਵੀ ਸਕੂਲ ਦੇ ਵਿੱਚ +1 ਦੀ ਫਿਜ਼ਿਕਸ ਸਟਾਰਟ ਕਰਾਂਗੇ, ਜਿਹਦੇ ਵਿੱਚ ਆਪਾਂ ਯੂਨਿਟ 4 ਜਿਹੜਾ ਚੈਪਟਰ ਹੈ ਵਰਕ, એનર્ਜੀ ਐਂਡ ਪਾਵਰ, ਇਸ ਬਾਰੇ ਪੜਾਂਗੇ। ਤੇ ਅੱਜ ਇਸ ਚੈਪਟਰ ਦਾ ਬੱਚੇ ਮੇਰਾ ਲੈਕਚਰ ਨੰਬਰ 1 ਹੈ। ਸੋ ਵਰਕ, એનર્ਜੀ ਐਂਡ ਪਾਵਰ, ਇਹ ਟਰਮਸ ਤਾਂ ਤੁਸੀਂ ਬਹੁਤ ਸਾਰੀ ਵਾਰ ਸੁਣੀਆਂ ਹੋਣਗੀਆਂ ਬੱਚੇ, ਆਪਣੇ ਡੇ ਟੂ ਡੇ ਲਾਈਫ 'ਚ ਤੁਸੀਂ ਬਹੁਤ ਵਾਰ ਸੁਣਦੇ ਹੋ। ਹੁਣ ਜੋ ਆਪਾਂ ਡੇਲੀ ਲਾਈਫ ਦੇ ਵਿੱਚ ਸੁਣਦੇ ਆ ਤੇ ਜੋ ਆਪਾਂ ਫਿਜ਼ਿਕਸ ਦੇ ਵਿੱਚ ਇਹਦਾ ਮੀਨਿੰਗ ਹੈ, ਫਿਜ਼ਿਕਸ ਦੇ ਵਿੱਚ ਇਹਨਾਂ ਟਰਮਸ ਦਾ ਬੱਚੇ ਬਹੁਤ ਪ੍ਰੀਸਾਈਜ਼ ਮੀਨਿੰਗ ਹੈ ਔਰ ਡੈਫੀਨੇਟ ਮੀਨਿੰਗ ਹੈ। ਠੀਕ ਹੈ ਬੱਚੇ? ਸੋ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਇਹ ਟਰਮਸ ਜਿਹੜੀਆਂ ਨੇ ਆਪਾਂ ਡੇਲੀ ਲਾਈਫ ਦੇ ਵਿੱਚ ਕਿਵੇਂ ਸੁਣਦੇ ਆ। ਡੇਲੀ ਲਾਈਫ ਦੇ ਵਿੱਚ ਵਰਕ ਦਾ ਕੀ ਮਤਲਬ ਹੈ, એનર્ਜੀ ਦਾ ਕੀ ਮਤਲਬ ਹੈ ਤੇ ਪਾਵਰ ਦਾ ਕੀ ਮਤਲਬ ਹੈ। ਫਿਰ ਆਪਾਂ ਫਿਜ਼ਿਕਸ ਦੇ ਵਿੱਚ ਕਿਵੇਂ ਡਿਫਾਈਨ ਕਰਦੇ ਆ ਉਸ ਵੱਲ ਜਾਵਾਂਗੇ। ਠੀਕ ਹੈ? ਸੋ ਦੈਟ ਤੁਹਾਨੂੰ ਪਤਾ ਚੱਲ ਜਾਏ ਕਿ ਆਪਾਂ ਇਸ ਚੈਪਟਰ ਦੇ ਵਿੱਚ ਪੜਨ ਕੀ ਲੱਗੇ ਆ। ਸੋ ਗੱਲ ਕਰਦੇ ਆ ਵਰਕ, એનર્ਜੀ ਐਂਡ ਪਾਵਰ ਦੀ ਡੈਫੀਨੇਸ਼ਨਸ ਬਾਰੇ, ਜਿਹੜੀਆਂ ਕਿ ਡੇ ਟੂ ਡੇ ਲਾਈਫ ਦੇ ਵਿੱਚ ਕੰਸਰਨ ਹੈ। ਸੋ ਮੈਂ ਕਿਹਾ ਸੀ ਬੱਚੇ ਪਹਿਲਾਂ ਗੱਲ ਕਰਦੇ ਆ ਆਪਾਂ ਵਰਕ, એનર્ਜੀ ਐਂਡ ਪਾਵਰ, ਇਹ ਟਰਮਸ ਆਪਾਂ ਡੇ ਟੂ ਡੇ ਲਾਈਫ ਦੇ ਵਿੱਚ ਕਿਵੇਂ ਯੂਜ਼ ਕਰਦੇ ਆ। ਸੋ ਪਹਿਲਾਂ ਮੈਂ ਆਪਣਾ ਵਰਕ, એનર્ਜੀ ਐਂਡ ਪਾਵਰ ਨੂੰ डिफाइन किया किवें आपां नूं हर रोज़ जिवें किवें डिफाइन करते हैं डे टू डे लाइफ च किवें डिफाइन करते हैं। सो निगाह करते हैं उहदे वल ते तुसीं भी बच्चे नाल नोट करो। मैं लिखिया वर्क की हुंदा है कोई भी एक्टिविटी, कोई भी काम बच्चे जिहड़ा इन्वॉल्व है, एक्टिविटी इन्वॉल्विंग मैंटल और फिजिकल एफर्ट। कोई भी काम जिहदे विच मेरा मैंटली या फिजिकली एफर्ट लग रहा है उहनूं मैं की कहूँगी, मैं उत्थे वर्क कर रही हाँ। मैंटल ते फिजिकल एफर्ट क्यों लग रहा बच्चे? मैंटल और फिजिकल एफर्ट डन इन ऑर्डर टू अचीव अ पर्पस। कोई भी पर्पस है मेरा उन्होंने अचीव करने दे लई जेड़ा मेरा मैंटल और फिजिकल एफर्ट लग रहा उन्होंने मैं कहूँगी वो एक्टिविटी च विच मैं की कर रही हूँ, वर्क कर रही हूँ। सो एक्टिविटी इन्वॉल्विंग मैंटल और फिजिकल एफर्ट डन इन ऑर्डर टू अचीव अ पर्पस। सो वो की हो गया मेरा इत्थे वर्क। ठीक है बच्चे? सो ਇਹਦੀ अगर मैं एग्जाम्पल लवां, मैं किवें कह रही कि मैंटल ते फिजिकल एफर्ट लग रहा मेरा। सपोज करो बच्चे एक बच्चा है, ठीक है, वो की कर रहा है, एक टेबल चेयर ते बैठा होया, टेबल ते बहुत सारियां बुक्स रखियां हुई हैं ते चेयर ते अपना आराम नाल बैठा होया, पढ़ी जा रहा है, बहुत पढ़ रहा है, बहुत हार्ड वर्क कर रहा है। क्यों कर रहा है? क्योंकि अगले दिन ओदा पेपर है। लेट करो ओदा फिजिक्स का ही पेपर है तो फिजिक्स ही स्टडी कर रहा है। ठीक है? सो वो की कर रहा है, एक टेबल ते बैठा होया ते की कर रहा है, पढ़ रहा है, बहुत ज़्यादा हार्ड वर्क कर रहा है। मैंटली एक्टिविटी भी कर रहा है, मेंटल एक्टिविटी भी हो रही है, ओदा मेंटल एफर्ट भी लग रहा है। इत्थे गल हो रही है मेंटल एफर्ट की, क्योंकि वो की कर रहे हैं, बहुत स्टडी कर रहे हैं। तो वो सारे की कह रही है कि वो तो बहुत हार्ड वर्क कर रहे हो, काम कर रहे हैं। डेली लाइफ के तुसी इस तरह ही करते हो ना डिफाइन। वो की कर रहे हैं बच्चे, एक्टिविटी कर रहे हैं जिहदे मेंटल एफर्ट लग रहा है इन ऑर्डर टू अचीव अ पर्पस। की पर्पस है ਉਹਦਾ? पर्पस है कि उन्हें एग्जामिनेशन जो ਉਹਦਾ पेपर है फिजिक्स का ਉਹਦੇ ਵਿੱਚ ਕੀ ਲੈਣੇ ਆ, अच्छे नंबर ਲੈਣੇ ਆ। सो पर्पस है ਉਹਦਾ गुड मार्क्स ਲੈਣਾ, अच्छे नंबर ਲੈਣਾ ਤੇ ਉਹਦੇ ਵਿੱਚ ਉਹਦਾ ਕੀ ਲੱਗ ਰਿਹਾ, मेंटल एफर्ट लग रहा है। सो अकॉर्डिंग टू अगर आप डे टू डे लाइफ गल करिए, डेली लाइफ च गल करिए तो बच्चा ਜਿਹੜਾ स्टडी कर रहा है वो की कर रहा है, वर्क कर रहा है। ठीक है बच्चे? ये होगी मेंटल एफर्ट की गल। ਹੈਲੋ ਸਟੂਡੈਂਟਸ, ਹੁਣ ਤੱਕ ਤੁਸੀਂ +1 ਦੀ ਫਿਜ਼ਿਕਸ ਦੇ ਵਿੱਚ ਸਟੱਡੀ ਕਰ ਚੁੱਕੇ ਹੋ। ਇੰਟਰੋਡਕਸ਼ਨ ਪਾਰਟ, ਕਾਇਨਾਮੈਟਿਕਸ ਕੀ ਹੁੰਦੀ ਹੈ, ਨਿਊਟਨਸ ਦੇ ਲਾਜ਼ ਕੀ ਨੇ ਤੇ ਵਰਕ, એનર્ਜੀ ਐਂਡ ਪਾਵਰ ਦਾ ਕਨਸੈਪਟ ਕੀ ਹੈ। ਅੱਜ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਆਪਣਾ 5th ਯੂਨਿਟ, ਮੋਸ਼ਨ ਆਫ ਸਿਸਟਮ ਆਫ ਪਾਰਟੀਕਲ ਐਂਡ ਰਿਜਿਡ ਬੋਡੀ। ਇਸ ਦੇ ਅੰਡਰ ਤੁਹਾਡੇ ਕੋਲ ਫਰਦਰ 2 ਚੈਪਟਰਸ ਆਉਂਦੇ ਨੇ ਇਸ ਯੂਨਿਟ ਦੇ ਵਿੱਚ। ਅਸੀਂ ਸਭ ਤੋਂ ਪਹਿਲਾਂ ਸਟਾਰਟ ਕਰਾਂਗੇ ਫਸਟ ਚੈਪਟਰ A,
सेंटर ऑफ मास एंड रोटेशनल मैकेनिक्स। सब तो पहला समझते हैं कि सेंटर ऑफ मास ਦਾ ਕਨਸੈਪਟ ਹੈ ਕਿ ਉਸ ਨੂੰ ਅੰਡਰਸਟੈਂਡ ਕਰਨ ਦੇ ਲਈ ਅਸੀਂ ਥੋੜਾ ਬੈਕਗ੍ਰਾਉਂਡ 'ਚ ਜਾਣਦੇ ਹਾਂ, ਕਿਉਂਕਿ ਜੋ ਵੀ ਤੁਸੀਂ ਸੈਕੰਡ ਯੂਨਿਟ, ਥਰਡ ਯੂਨਿਟ ਐਂਡ ਫੋਰਥ ਯੂਨਿਟ ਦੇ ਵਿੱਚ ਸਟੱਡੀ ਕੀਤਾ ਹੈ ਉਸੇ ਨੂੰ ਬੇਸ ਮੰਨ ਕੇ ਅਸੀਂ ਇਸ ਯੂਨਿਟ ਦੀ ਇੰਟਰੋਡਕਸ਼ਨ ਪਾਰਟ ਨੂੰ ਸਟੱਡੀ ਕਰਨਾ ਹੈ। ਹੈਲੋ ਸਟੂਡੈਂਟਸ, ਆਪਾਂ ਟੀਵੀ ਸਕੂਲ ਦੇ ਵਿੱਚ ਕਲਾਸ +1 ਦੀ ਫਿਜ਼ਿਕਸ ਕਰ ਰਹੇ ਸੀ ਤੇ ਅੱਜ ਆਪਾਂ ਨਵਾਂ ਚੈਪਟਰ ਸਟਾਰਟ ਕਰਨ ਜਾ ਰਹੇ ਹਾਂ ਜਿਹਦਾ ਨਾਮ ਹੈ ਗ੍ਰੈਵਿਟੇਸ਼ਨ। ਤੇ ਇਸ ਚੈਪਟਰ ਦਾ ਅੱਜ ਮੇਰਾ ਲੈਕਚਰ ਨੰਬਰ 1 ਹੈ। ਬੱਚੇ ਆਪਾਂ ਗ੍ਰੈਵਿਟੇਸ਼ਨ ਬਾਰੇ ਪਹਿਲਾਂ ਵੀ ਬਹੁਤ ਪੜ੍ਹ ਚੁੱਕੇ ਹਾਂ, ਈਵਨ ਤੁਸੀਂ ਆਪਣੀ ਪੁਰਾਣੀ ਕਲਾਸਿਸ 9th 'ਚ ਵੀ ਪੜ੍ਹਿਆ ਹੋਊਗਾ ਗ੍ਰੈਵਿਟੇਸ਼ਨ ਬਾਰੇ। ਸੋ ਹੁਣ ਆਪਾਂ ਉਹੀ ਜ਼ਿਆਦਾ ਥੋੜਾ ਡਿਟੇਲ 'ਚ ਪੜਾਂਗੇ ਇਨ +1। ਸੋ ਬੱਚੇ ਗ੍ਰੈਵਿਟੇਸ਼ਨ ਤੁਸੀਂ ਆਪਣੇ ਆਸ-ਪਾਸ ਬਹੁਤ ਸਾਰੇ ਇਦਾਂ ਦੇ ਚੀਜ਼ਾਂ ਦੇਖੀਆਂ ਹੋਣਗੀਆਂ, ਬਟ ਉਹਨਾਂ 'ਚ ਕੁਝ ਨਾ ਕੁਝ ਮਿਸਟਰੀ ਹੁੰਦੀ ਹੈ। ਜਿਵੇਂ ਕਿ ਤੁਸੀਂ ਇੱਕ ਦਰਖਤ ਲੈ ਲਓ, ਦਰਖਤ ਤੋਂ ਐਪਲ ਨੀਚੇ ਫਾਲ ਹੁੰਦੇ ਦੇਖਿਆ ਹੋਊਗਾ, ਬਹੁਤ ਵਾਰੀ ਦੇਖਿਆ ਐਪਲ ਨੀਚੇ ਫਾਲ ਹੋ ਰਿਹਾ, ਬਟ ਉਹਦੇ 'ਚ ਵੀ ਇੱਕ ਮਿਸਟਰੀ ਹੈ ਕਿ ਉਹ ਥੱਲੇ ਨੂੰ ਹੀ ਕਿਉਂ ਜਾ ਰਿਹਾ। ਜਾਣ ਨੂੰ ਉਹਦੇ ਕੋਲ ਬਹੁਤ ਸਾਰੇ ਆਪਸ਼ਨ ਸੀ, ਉਹ ਉੱਪਰ ਵੀ ਜਾ ਸਕਦਾ ਸੀ, ਬਟ ਉਹ ਨੀਚੇ ਹੀ ਕਿਉਂ ਆਇਆ। ਆਪਾਂ ਇਸ ਚੀਜ਼ ਬਾਰੇ ਨਹੀਂ ਸੋਚਦੇ ਕਿਉਂਕਿ ਆਪਾਂ ਇਹ ਚੀਜ਼ਾਂ ਆਮ ਡੇਲੀ ਲਾਈਫ 'ਚ ਦੇਖਦੇ ਹਾਂ, ਆਪਾਂ ਸੋਚਦੇ ਹੀ ਨਹੀਂ ਕਿ ਇਸ ਪਿੱਛੇ ਕੀ ਮਿਸਟਰੀ ਹੈ, ਕਿਉਂ ਹੋ ਰਿਹਾ ਹੈ। ਇਸੇ ਤਰ੍ਹਾਂ ਅਗਰ ਦੇਖਿਆ ਜਾਵੇ, ਅਗਰ ਕੋਈ ਮੇਰੇ ਕੋਲ ਬਾਲ ਹੈ, ਬਾਲ ਨੂੰ ਮੈਂ ਉੱਪਰ ਥਰੋ ਕਰ ਰਹੀ ਹਾਂ, ਉੱਪਰ ਥਰੋ ਕਰਨ ਤੋਂ ਬਾਅਦ ਵੀ ਉਹ ਨੀਚੇ ਵੱਲ ਨੂੰ ਹੀ ਆਉਂਦੀ ਹੈ ਤੇ ਅਲਟੀਮੇਟਲੀ ਜ਼ਮੀਨ ਤੇ ਜਾ ਕੇ ਗਿਰਦੀ ਹੈ। ਮੈਂ ਉੱਪਰ ਸੁੱਟਦੀ ਹਾਂ, ਉਹ ਨੀਚੇ ਨੂੰ ਆਉਂਦੀ ਹੈ, ਨੀਚੇ ਨੂੰ ਆ ਕੇ ਫਿਰ ਤੋਂ ਧਰਤੀ ਤੇ ਗਿਰਦੀ ਹੈ। ਅਗਰ ਇਸ ਤਰ੍ਹਾਂ ਨੈਚੁਰਲ ਫਿਨੋਮੀਨਾਸ ਦੇਖਾ, ਨੈਚੁਰਲ ਫਿਨੋਮੀਨਾਸ ਲਾਈਕ ਮੀਂਹ ਪੈ ਰਿਹਾ, ਰੇਨ ਡ੍ਰੌਪਸ ਵੀ ਨੀਚੇ ਨੂੰ ਹੀ ਆਉਂਦੇ ਬੱਚੇ। ਆਪਾਂ ਦੇਖਦੇ ਹਾਂ ਇਹ ਸਾਰੇ ਆਪਾਂ ਚੀਜ਼ਾਂ ਆਸ-ਪਾਸ ਆਪਾਂ ਰੋਜ਼ ਦੇਖਦੇ ਹਾਂ, ਬਟ ਆਪਾਂ ਕਦੀ ਇਹ ਨਹੀਂ ਦੇਖਿਆ ਕਿ ਕਿਉਂ ਜਿਹੜਾ ਸਾਰੀਆਂ ਚੀਜ਼ਾਂ ਨੀਚੇ ਵੱਲ ਨੂੰ ਹੀ ਕਿਉਂ ਆ ਰਹੀਆਂ ਨੇ, ਕਿਉਂ ਰੇਨ ਡ੍ਰੌਪਸ ਨੀਚੇ ਵੱਲ ਨੂੰ ਆ ਰਹੇ ਹੈ। ਕੋਈ ਵੀ ਬਾਲ ਜਾਂ ਕੁਝ ਵੀ ਥਰੋ ਕਰ ਰਹੀ ਹੈ, ਈਵਨ ਅ ਚੌਕ ਥਰੋ ਕਰ ਰਹੀ ਹੈ, ਕਿਉਂ ਅਲਟੀਮੇਟਲੀ ਉਹ ਨੀਚੇ ਵੱਲ ਨੂੰ ਹੀ ਆਉਂਦਾ। ਕਿਉਂ ਬੱਚੇ, ਕਿਉਂ ਐਪਲ ਨੀਚੇ ਵੱਲ ਨੂੰ ਆ ਰਿਹਾ। ਇਹ ਕਿਉਂ ਹੋ ਰਿਹਾ ਹੈ? ਬਿਕੋਜ਼ ਆਫ ਗ੍ਰੈਵਿਟੇਸ਼ਨ, ਜੋ ਕਿ ਯਾਰ ਹੁਣ ਆਪਾਂ ਪੜ੍ਹਨ ਜਾ ਰਹੇ ਹਾਂ। ਠੀਕ ਹੈ ਬੱਚੇ। ਸੋ ਇਸੇ ਤਰ੍ਹਾਂ ਅਗਰ ਮੈਂ ਦੇਖਾਂ ਪਲੈਨਟਰੀ ਮੋਸ਼ਨ ਦੇਖਾਂ, ਪਲੈਨਟਸ ਦੇਖਾਂ, ਪਲੈਨਟਸ ਵੀ ਜਿਹੜੇ ਬੱਚੇ ਇੱਕ ਫਿਕਸ ਆਰਬਿਟ ਦੇ ਵਿੱਚ ਆਪਾਂ ਨੂੰ ਪਤਾ ਰਿਵੋਲਵ ਕਰਦੇ ਨੇ, ਉਹਨਾਂ ਦੇ ਵਿੱਚ ਵੀ ਕੋਈ ਨਾ ਕੋਈ ਫੋਰਸ ਹੋਏਗੀ ਜਿਸ ਕਰਕੇ ਉਹ ਫਿਕਸ ਆਰਬਿਟ ਦੇ ਵਿੱਚ ਹੀ ਮੂਵ ਕਰ ਰਹੇ ਨੇ। ਕਿ ਉਹ ਫੋਰਸ ਤੇ ਜਿਹੜੀ ਫੋਰਸ ਦੀ ਮੈਂ ਹੁਣ ਗੱਲ ਕਰ ਰਹੀ ਸੀ ਕਿ ਜਿਸ ਕਰਕੇ ਜਿਹੜੀ ਸਾਰੇ ਆਬਜੈਕਟਸ ਜਿਹੜੇ ਸੀ ਅਰਥ ਵੱਲ ਜਿਹੜੇ ਸੀ ਅਟਰੈਕਟ ਹੋ ਰਹੇ ਸੀ, ਤੇ ਜਿਹੜੀ ਫੋਰਸ ਜਿਹੜੀ ਗੱਲ ਕਰਾਂ ਪਲੈਨਟਸ ਦੇ ਵਿੱਚ ਹੈ ਜਿਸ ਕਰਕੇ ਪਲੈਨਟ ਜਿਹੜੇ ਇੱਕ ਫਿਕਸ ਆਰਬਿਟ ਦੇ ਵਿੱਚ ਰਿਵੋਲਵ ਕਰ ਰਹੇ ਨੇ, ਉਹ ਫੋਰਸ ਸੇਮ ਹੈ ਜਾਂ ਅਲੱਗ-ਅਲੱਗ ਹੈ। ਉਹ ਸਾਰਾ ਕੁਝ ਆਪਾਂ ਪੜਾਂਗੇ ਹੁਣ ਗ੍ਰੈਵਿਟੇਸ਼ਨ ਦੇ ਚੈਪਟਰ 'ਚ। ਠੀਕ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਾਂਗੇ ਕਿ ਮੈਟਰ ਕੀ ਹੈ। ਠੀਕ ਹੈ। ਤਾਂ ਅਸੀਂ ਲੋਅਰ ਕਲਾਸਿਸ ਦੇ ਵਿੱਚ ਵੀ ਸਟੱਡੀ ਕੀਤਾ ਹੈ ਕਿ ਐਨੀਥਿੰਗ ਵਿਚ ਆਕਿਊਪਾਈ ਸਪੇਸ ਇਜ਼ ਨੋਨ ਐਜ਼ ਮੈਟਰ। ਤਾਂ ਮੈਟਰ ਜੋ ਕੁਝ ਵੀ ਮਾਸ ਹੈ ਕਿਸੇ ਵੀ ਬਾਡੀ ਦਾ, ਜੋ ਵੀ ਕੁਝ ਸਪੇਸ ਆਕਿਊਪਾਈ ਕਰ ਰਿਹਾ ਹੈ ਉਸ ਨੂੰ ਅਸੀਂ ਮੈਟਰ ਕਹਾਂਗੇ। ਠੀਕ ਹੈ। ਹੁਣ ਅਗਰ ਤੁਸੀਂ ਦੇਖੋ ਤਾਂ ਦੋ ਪਰਸਨ ਨੇ, ਕਦੀ ਵੀ ਦੋ ਪਰਸਨ ਸੇਮ ਪਲੇਸ ਸੇਮ ਟਾਈਮ ਤੇ ਆਕਿਊਪਾਈ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਮੈਟਰ ਹੈ, ਹਰ ਇੱਕ ਮੈਟਰ ਨੂੰ ਇੱਕ ਪ੍ਰੋਪਰ ਜਗ੍ਹਾ ਚਾਹੀਦੀ ਹੈ, ਇੱਕ ਸਪੇਸ ਚਾਹੀਦੀ ਹੈ। ਠੀਕ ਹੈ। ਔਰ ਅਗਰ ਅਸੀਂ ਆਪਣੇ ਕਮਿੰਗ ਯੂਨਿਟਸ ਦੇ ਵਿੱਚ ਡਿਸਕਸ ਕਰਾਂਗੇ ਅਬਾਊਟ ਵੇਵਸ, ਤਾਂ ਉੱਥੇ ਅਸੀਂ ਦੇਖਾਂਗੇ ਕਿ ਦੋ ਵੇਵਸ ਨੇ ਜਿਹੜੀਆਂ ਉਹ ਇੱਕ ਟਾਈਮ ਤੇ ਇੱਕ ਜਗ੍ਹਾ ਤੇ ਪ੍ਰੈਜ਼ੈਂਟ ਹੋ ਸਕਦੀਆਂ ਨੇ, ਬਟ ਇਹਦਾ ਮਤਲਬ ਕੀ ਹੈ ਕਿ ਵੇਵਸ ਮੈਟਰ ਨਹੀਂ ਹੈ। ਵੇਵਸ ਕੀ ਹੋਣਗੀਆਂ? ਮੈਟਰ ਦੀ ਡਿਸਟਰਬੈਂਸ। ਤਾਂ ਇੱਥੋਂ ਅਸੀਂ ਇਹ ਦੱਸ ਸਕਦੇ ਹਾਂ ਕਿ ਜਿਹੜਾ ਮੈਟਰ ਹੈ ਉਹ ਕੀ ਹੋਏਗਾ? ਐਨੀਥਿੰਗ ਵਿਚ ਆਕਿਊਪਾਈ ਸਪੇਸ, ਚਾਹੇ ਉਹ ਇੱਕ ਬੁੱਕ ਹੈ, ਚਾਹੇ ਅਸੀਂ ਹਿਊਮਨ ਬੀਇੰਗ ਹੈ, ਕੁਝ ਵੀ ਹੈ, ਜਿਹੜੀ ਚੀਜ਼ ਕਿਸੇ ਜਗ੍ਹਾ ਨੂੰ ਆਕਿਊਪਾਈ ਕਰਦੀ ਹੈ, ਕਿਸੇ ਸਪੇਸ ਨੂੰ ਆਕਿਊਪਾਈ ਕਰਦੀ ਹੈ, ਉਹ ਕੀ ਹੈ? ਮੈਟਰ ਹੈ। ਠੀਕ ਹੈ। ਮੈਟਰ ਦੀਆਂ 3 ਸਟੇਟਸ ਨੇ, ਸੋਲਿਡ, ਲਿਕੁਇਡ ਤੇ ਗੈਸ। ਠੀਕ। ਹੁਣ ਇਹ ਜਿਹੜੀਆਂ ਤਿੰਨੋਂ ਸਟੇਟਸ ਨੇ ਮੈਟਰ ਦੀਆਂ, ਇਹ ਤਿੰਨਾਂ ਆਪਣੀਆਂ ਅਲੱਗ-ਅਲੱਗ ਪ੍ਰੋਪਰਟੀਜ਼ ਨੇ। ਜਿਸ ਤਰ੍ਹਾਂ ਕਿ ਅਗਰ ਅਸੀਂ ਸੋਲਿਡ ਦੀ ਗੱਲ ਕਰੀਏ ਤਾਂ ਸੋਲਿਡਸ ਨੇ ਜਿਹੜੇ ਉਹ ਇਲਾਸਟਿਕ ਬਿਹੇਵੀਅਰ ਸ਼ੋ ਕਰਦੇ ਨੇ। ਕਿਹੜਾ ਬਿਹੇਵੀਅਰ? ਇਲਾਸਟਿਕ ਬਿਹੇਵੀਅਰ।
ਸੋਲਿਡਸ ਇਲਾਸਟਿਕ ਬਿਹੇਵੀਅਰ ਨੂੰ ਸ਼ੋ ਕਰਦੇ ਨੇ, ਠੀਕ ਹੈ। ਤੇ ਜੇ ਅਸੀਂ ਲਿਕੁਇਡਸ ਦੀ ਗੱਲ ਕਰੀਏ ਤਾਂ ਉਹਨਾਂ ਦੀ ਇੱਕ ਪ੍ਰੋਪਰਟੀ ਹੈ ਸਰਫੇਸ ਟੈਂਸ਼ਨ। ਹੋਰ ਵੀ ਕਈ ਪ੍ਰੋਪਰਟੀਜ਼ ਨੇ, ਮਤਲਬ ਇਹ ਅਸੀਂ ਮੈਂਸ਼ਨ ਕਰਨਾ ਚਾਹ ਰਹੇ ਹਾਂ ਕਿ ਜਿਹੜਾ ਮੈਟਰ ਹੈ, ਜਿਹੜੀਆਂ ਉਹਦੀਆਂ 3 ਸਟੇਟਸ ਨੇ, ਸੋਲਿਡ, ਲਿਕੁਇਡ ਤੇ ਗੈਸ, ਹਰ ਇੱਕ ਸਟੇਟ ਹੈ ਜਿਹੜੀ ਉਸਦੀਆਂ ਆਪਣੀਆਂ ਡਿਫਰੈਂਟ ਪ੍ਰੋਪਰਟੀਜ਼ ਨੇ ਜਿਸ ਦੇ ਬੇਸ ਤੇ ਅਸੀਂ ਇਹਨਾਂ ਨੂੰ ਡਿਸਟਿੰਗੁਇਸ਼ ਕਰ ਸਕਦੇ ਹਾਂ। ਫॉर एग्जांपल this is for case of solid and this is for the case of liquid। ਤੇ ਜੇ ਅਸੀਂ ਗੱਲ ਕਰੀਏ ਗੈਸਿਸ ਦੀ, ਗੈਸਿਸ ਨੇ ਜਿਹੜੀਆਂ ਉਹ डिफ्यूजन शो करदियां ने, डिफ्यूजन एटसेट्रा, ठीक है। सो इस तरह जिहड़ा मैटर है वो 3 स्टेट्स दे विच है, सॉलिड, लिक्विड, गैस, जिन्हां दी अपनियां अलग अलग प्रॉपर्टीज़ ने। ते अज असीं की डिस्कस करना है, असीं स्टडी करना है इन्हां सारियां प्रॉपर्टीज़ नूं, मैटर दियां सारियां प्रॉपर्टीज़ नूं, जिहड़ियां कि असीं 1 बाय 1 स्टडी करांगे। हेलो स्टूडेंट्स, माई सेल्फ डॉक्टर अनुप्रिया जैन। तो अज असीं पढ़न जा रहे हैं टॉपिक थर्मोडायनामिक्स। थर्मोडायनामिक्स एक्चुअली 2 वर्ड्स नूं मिल के बने, एक है थर्मो, दूसरा है डायनामिक्स। थर्मो डिक्शनरी मीनिंग की है हीट, ते डायनामिक्स दा मतलब जिद्दां कि तुसीं पहले सिलेबस दे चैप्टर्स विच पढ़ चुके हो, मोशन। सो थर्मोडायनामिक्स पूरे वर्ड का की मतलब बनया, ਉਹ जिस विच असी हीट दे मोशन बारे गल करनी है, मोशन ऑफ। सो थर्मोडायनामिक्स का मीनिंग की है मोशन ऑफ हीट। हुण थर्मोडायनामिक्स फिजिक्स की एक ब्रांच है, जिस तरह तुसी बाकी ब्रांचेस पढ़िया होंगियां, फॉर एग्जांपल मैकेनिक्स। तो थर्मोडायनामिक्स की वो ब्रांच है जिस विच असी स्टडी करांगे हीट ते टैंपरेचर बारे। सो हुण आपां इहदी डेफिनेशन लिखनी है कि थर्मोडायनामिक्स नूं किवें डिफाइन करना है। इट इज़ द ब्रांच ऑफ फिजिक्स which deals with the concept of heat and temperature। देखो इस डेफिनेशन विच असीं 2 टर्म्स नूं यूज़ किया है, एक हीट ते दूसरा टैंपरेचर। तो पहला शुरू करन तो पहला थर्मोडायनामिक्स पहला ਅਸੀਂ ਦੇਖਾਂਗੇ ਕਿ ਇਹ ਜਿਹੜੀਆਂ 2 ਟਰਮਸ ਨੇ ਇਹਨਾਂ ਦੇ ਵਿੱਚ ਕੀ ਫਰਕ ਹੈ, ਹੀਟ ਕੀ ਹੈ ਐਕਚੁਅਲੀ ਤੇ ਟੈਂਪਰੇਚਰ ਕੀ ਹੈ। ਸੋ ਫਸਟ ਆਫ ਆਲ ਆਪਾਂ ਦੇਖਣਾ ਹੈ ਹੀਟ ਕੀ ਹੈ। ਹੈਲੋ ਸਟੂਡੈਂਟਸ, ਆਪਣੇ ਲਾਸਟ ਲੈਕਚਰ ਤੱਕ ਅਸੀਂ ਗੱਲ ਕਰ ਰਹੇ ਸੀ ਥਰਮੋਡਾਇਨਾਮਿਕਸ ਬਾਰੇ। ਦੇਖੋ ਜਿਹੜਾ ਥਰਮੋਡਾਇਨਾਮਿਕਸ ਦਾ ਕਨਸੈਪਟ ਹੈ ਇਹ ਬਹੁਤ ਵਾਈਡ ਕਨਸੈਪਟ ਹੈ, ਕਿਉਂਕਿ ਇਸ ਨੂੰ एवोल्व होने के लिए अबाउट हंड्रेड्स ऑफ ईयर तो भी ज़्यादा टाइम लग्या। ठीक, जदों तक असी थर्मोडायनामिक्स की गल कर रहे सी, असी हमेशा ये 3-4 चीज़ों वाल मेन फोकस किया, प्रैशर, वॉल्यूम, टैंपरेचर, हीट, स्पेसिफिक हीट। तो उत्थे असी हर एक चीज़ नूं बड़ी डिटेल दे विच स्टडी किया। अज असी नवा टॉपिक स्टार्ट करन जा रहे हैं, जिहदे विच असी इन्ना ही मैक्रोस्कोपिक वेरीएबल्स नूं लैके कुछ थ्योरीज नूं डिवेलप करांगे ਤੇ ਦੇਖਾਂਗੇ ਕਿ ਕਿਸ ਤਰ੍ਹਾਂ ਕਿਸੇ ਵੀ ਮੈਕਰੋਸਕੋਪਿਕ ਵੇਰੀਏਬਲ ਨੂੰ ਅਸੀਂ ਮਾਈਕਰੋਸਕੋਪਿਕ ਲੈਵਲ ਤੇ ਜਾ ਕੇ ਡਿਫਾਈਨ ਕਰ ਸਕਦੇ ਹਾਂ ਤੇ ਇਹਦੀ ਕੀ ਯੂਜ਼ ਹੈ। ਸੋ ਅੱਜ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਨਿਊ ਕਨਸੈਪਟ ਕਾਈਨੈਟਿਕ ਥਿਊਰੀ ਆਫ ਗੈਸਿਸ। ਕਾਈਨੈਟਿਕ ਥਿਊਰੀ ਆਫ ਗੈਸਿਸ ਇਹਦਾ ਮਤਲਬ ਕੀ ਹੈ, ਕੀ ਮੀਨਿੰਗ ਹੈ, ਕੀ ਅਸੀਂ ਇਸ ਦੇ ਵਿੱਚ ਸਟੱਡੀ ਕਰਨਾ ਹੈ। ਪਹਿਲਾਂ ਅਸੀਂ ਸਮਝਾਂਗੇ ਇਸ ਦੀ ਡੈਫੀਨੇਸ਼ਨ ਤੋਂ ਕਿ ਕਾਈਨੈਟਿਕ ਥਿਊਰੀ ਆਫ ਗੈਸਿਸ ਬੇਸਿਕਲੀ ਹੈ ਕੀ। ਸੋ ਕਾਈਨੈਟਿਕ ਥਿਊਰੀ ਕੀ ਹੈ? ਕਾਈਨੈਟਿਕ ਥਿਊਰੀ explains the behavior of gases। ਜਿਹੜੀ ਇਹ ਥਿਓਰੀ ਹੈ ਇਹ ਕਿਸ ਤਰ੍ਹਾਂ ਪਿਕਚਰ ਦੇ ਵਿੱਚ ਆਈ ਉਹਦੇ ਬਾਰੇ ਵੀ ਅਸੀਂ ਡਿਟੇਲ 'ਚ ਗੱਲ ਕਰਾਂਗੇ, ਬਟ ਉਸ ਤੋਂ ਪਹਿਲਾਂ ਸਮਝਣਾ ਜ਼ਰੂਰੀ ਹੈ ਕਿ ਕਾਈਨੈਟਿਕ ਥਿਓਰੀ ਬੇਸਿਕਲੀ ਸਾਨੂੰ ਦੱਸਦੀ ਕੀ ਹੈ, ਕੀ ਇਸ ਦੇ ਵਿੱਚ ਅਸੀਂ ਸਟੱਡੀ ਕਰਨਾ ਹੈ। ਕਾਈਨੈਟਿਕ ਥਿਓਰੀ ਐਕਸਪਲੇਨਸ ਦਾ ਬਿਹੇਵੀਅਰ ਆਫ ਗੈਸਿਸ ਬੇਸਡ ਔਨ ਦੀ ਆਈਡੀਆ। ਕਿਸ ਆਈਡੀਆ ਤੇ ਬੇਸਡ ਹੈ? based on the idea that gas consists of rapidly moving atoms। किस आइडिया के ऊपर बेस्ड है
कि कोई भी जिहड़ी गैस है उस दे अंदर की है रैपिडली मूविंग एटम्स। ते जे असी नंबर ऑफ एटम्स ਨੂੰ ਇਕੱਠਾ ਕਰ ਦਈਏ ਤਾਂ ਉਹ ਕੀ ਬਣ ਜਾਂਦੇ ਨੇ ਮੋਲੀਕਿਊਲਸ। ਇਹ ਤੁਸੀਂ ਕੈਮਿਸਟਰੀ ਦੇ ਵਿੱਚ ਪੜ੍ਹ ਚੁੱਕੇ ਹੋ। ਤਾਂ ਜਿਹੜੀ ਮੇਨ ਫੋਕਸ ਹੈ ਕਾਇਨੈਟਿਕ ਥਿਊਰੀ ਦਾ ਉਹ ਕੀ ਹੈ? ਇਹ ਥਿਊਰੀ ਸਾਨੂੰ ਇਹ ਐਕਸਪਲੇਨ ਕਰਦੀ ਹੈ ਕਿਸੇ ਵੀ ਗੈਸ ਦਾ ਬਿਹੇਵੀਅਰ ਕਿਸ ਅਜ਼ੰਪਸ਼ਨ ਦੇ ਉੱਪਰ ਬੇਸਡ ਐਕਸਪਲੇਨ ਕਰਦੀ ਹੈ ਕਿ ਕੋਈ ਵੀ ਜਿਹੜੀ ਗੈਸ ਹੈ ਉਹ ਕਿਸ ਤੋਂ ਬਣੀ ਹੈ, ਉਸ ਦੇ ਅੰਦਰ ਕੀ ਹੈ ਰੈਪਿਡਲੀ ਮੂਵਿੰਗ ਐਟਮਸ। ਇੱਥੇ ਵਰਡ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕਿਉਂ ਇੰਪੋਰਟੈਂਟ ਹੈ? ਦੇਖੋ ਹੁਣ ਤੱਕ ਅਸੀਂ ਜੋ ਵੀ ਗੱਲ ਕਰ ਰਹੇ ਸੀ, ਜਦੋਂ ਮੈਂ ਥਰਮੋਡਾਇਨਾਮਿਕਸ ਵੀ ਪੜ੍ਹਾ ਰਹੀ ਸੀ ਉਦੋਂ ਵੀ ਮੈਂ ਕਿਹਾ ਸੀ ਕਿਸੇ ਵੀ ਚੀਜ਼ ਨੂੰ ਐਕਸਪਲੇਨ ਕਰਨ ਦੇ ਲਈ ਦੋ ਤਰ੍ਹਾਂ ਦੀ ਚੀਜ਼ ਹੈ, ਇੱਕ ਮੈਕਰੋਸਕੋਪਿਕ ਲੈਵਲ ਹੈ, ਇੱਕ ਮਾਈਕਰੋਸਕੋਪਿਕ ਲੈਵਲ ਹੈ। ਕੁਝ ਫਿਨੋਮੀਨਾ ਅਸੀਂ ਮੈਕਰੋਸਕੋਪਿਕ ਲੈਵਲ ਤੇ ਸਟੱਡੀ ਕਰਦੇ ਹਾਂ ਤੇ ਕੁਝ ਮਾਈਕਰੋਸਕੋਪਿਕ ਲੈਵਲ ਤੇ ਵੈਲ ਅੰਡਰਸਟੂਡ ਹੁੰਦੇ ਨੇ। ਹੁਣ ਇੱਥੇ ਅਸੀਂ ਜਦੋਂ ਕਾਇਨੈਟਿਕ ਥਿਊਰੀ ਸਟਾਰਟ ਕਰਨੀ ਹੈ ਉਦੋਂ ਵੀ ਮੈਂ ਇਸੇ ਚੀਜ਼ ਦੇ ਉੱਪਰ ਸਟ੍ਰੈਸ ਦੇ ਰਹੀ ਹਾਂ ਕਿ ਜਿਹੜੀ ਕਾਇਨੈਟਿਕ ਥਿਊਰੀ ਹੈ ਇਹ ਕੀ ਮੰਨ ਕੇ ਚੱਲ ਰਹੀ ਹੈ ਕਿ ਕੋਈ ਵੀ ਜਿਹੜੀ ਗੈਸ ਹੈ ਉਹਦੇ ਵਿੱਚ ਰੈਪਿਡਲੀ ਮੂਵਿੰਗ ਐਟਮਸ ਨੇ। ਐਟਮਸ ਦੀ ਸਟੱਡੀ ਕੀ ਹੈ? ਮਾਈਕਰੋਸਕੋਪਿਕ ਸਟੱਡੀ ਹੈ, ਕਿਉਂਕਿ ਅਸੀਂ ਨੇਕਡ ਆਈ ਦੇ ਨਾਲ ਐਟਮਸ ਨੂੰ ਨਹੀਂ ਦੇਖ ਸਕਦੇ। ਇਸ ਲਈ ਇੱਥੇ ਆ ਵਰਡ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤੇ ਜਦੋਂ ਅਸੀਂ ਐਟਮਸ ਨੂੰ ਇਕੱਠਾ ਕਰ ਦਿੰਦੇ ਹਾਂ, ਕੰਬਾਈਨ ਕਰ ਦਿੰਦੇ ਹਾਂ, ਤੁਸੀਂ ਕੈਮਿਸਟਰੀ ਵਿੱਚ ਪੜ੍ਹਿਆ ਹੋਏਗਾ, ਉਸ ਨੂੰ ਅਸੀਂ ਕਹਿੰਦੇ ਹਾਂ ਮੋਲੀਕਿਊਲਸ। ਸੋ ਜਿਹੜੀ ਕਾਇਨੈਟਿਕ ਥਿਊਰੀ ਹੈ ਉਸ ਦੇ ਅੰਦਰ ਅਸੀਂ ਕੀ ਸਟੱਡੀ ਕਰਨਾ ਹੈ? ਇਹ ਮੰਨ ਕੇ ਚੱਲ ਰਹੇ ਹਾਂ ਕਿ ਜਿਹੜੀ ਗੈਸ ਹੈ ਉਹ ਟਾਈਨੀ ਪਾਰਟੀਕਲਸ ਜਿਨ੍ਹਾਂ ਨੂੰ ਅਸੀਂ ਐਟਮਸ ਕਹਿ ਰਹੇ ਹਾਂ ਉਹਨਾਂ ਤੋਂ ਮਿਲ ਕੇ ਬਣੀ ਹੁੰਦੀ ਹੈ। ਕਲੀਅਰ? ਇਹ ਤਾਂ ਸੀਗੀ ਜਰਨਲ ਡੈਫੀਨੇਸ਼ਨ ਕਿ ਕਾਇਨੈਟਿਕ ਥਿਊਰੀ ਹੈ ਕੀ। ਹੁਣ ਇਹ ਤੋਂ ਇਹ ਪਤਾ ਲੱਗ ਗਿਆ ਕਿ ਜਿਹੜੀ ਕੋਈ ਵੀ ਗੈਸ ਹੈ ਉਹ ਕਿਸ ਤੋਂ ਮਿਲ ਕੇ ਬਣੀ ਹੋਈ ਹੈ? ਐਟਮਸ ਤੋਂ ਜਾਂ ਮੋਲੀਕਿਊਲਸ ਤੋਂ। ਕਲੀਅਰ? ਅੱਜ ਅਸੀਂ ਸਟਾਰਟ ਕਰਾਂਗੇ ਆਪਣਾ ਨੈਕਸਟ ਤੇ ਲਾਸਟ ਯੂਨਿਟ ਦਾ ਫਰਸਟ ਚੈਪਟਰ ਆਸੀਲੇਸ਼ਨਸ। ਸੋ ਸਭ ਤੋਂ ਪਹਿਲਾਂ ਗੱਲ ਕਰੀਏ ਕਿ ਆਸੀਲੇਸ਼ਨਸ ਕੀ ਹੁੰਦੀਆਂ ਨੇ। ਉਸ ਨੂੰ ਸਮਝਣ ਦੇ ਲਈ ਅਸੀਂ ਪਹਿਲਾਂ ਸਮਝਾਂਗੇ ਕਿ ਪੀਰੀਓਡਿਕ ਮੋਸ਼ਨ ਕੀ ਹੁੰਦਾ। ਪੀਰੀਓਡਿਕ ਜਿਸ ਤਰ੍ਹਾਂ ਨਾਮ ਤੋਂ ਹੀ ਕਲੀਅਰ ਹੋ ਰਿਹਾ ਹੈ, ਕੁਝ ਇਸ ਤਰ੍ਹਾਂ ਦਾ ਮੋਸ਼ਨ ਬਾਰੇ ਤੁਸੀਂ ਆਲਰੇਡੀ ਨਿਊਟੋਨੀਅਨ ਮਕੈਨਿਕਸ ਦੇ ਵਿੱਚ ਵੀ ਤੇ ਕਾਇਨੈਮੈਟਿਕਸ ਦੇ ਵਿੱਚ ਵੀ ਸਟੱਡੀ ਕਰ ਚੁੱਕੇ ਹੋ ਕਿ ਮੋਸ਼ਨ ਕੀ ਹੈ। ਤਾਂ ਹੁਣ ਇੱਥੇ ਅਸੀਂ ਗੱਲ ਕਰ ਰਹੇ ਹਾਂ ਜਿਹੜੇ ਮੋਸ਼ਨਸ ਦੀ ਉਹ ਕੀ ਨੇ? ਪੀਰੀਓਡਿਕ ਮੀਨਸ ਕਿ ਇਸ ਤਰ੍ਹਾਂ ਦੇ ਮੋਸ਼ਨ ਜਿਹੜੇ ਕਿ ਆਪਣੇ ਆਪ ਨੂੰ ਇੱਕ ਪਾਰਟਿਕੂਲਰ ਟਾਈਮ ਇੰਟਰਵਲ ਤੋਂ ਬਾਅਦ ਰਿਪੀਟ ਕਰਨ। ਮੀਨਸ ਜੋ ਕੁਝ ਵੀ ਮੂਵ ਹੋ ਰਿਹਾ ਹੈ ਉਹ ਇੱਕ ਫਿਕਸਡ ਟਾਈਮ ਇੰਟਰਵਲ ਤੋਂ ਬਾਅਦ ਦੁਬਾਰਾ ਹੋਈ। ਠੀਕ ਹੈ? ਅਗਰ ਅਸੀਂ ਆਪਣੀ ਲਾਈਫ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਇਹ ਕਦੇ ਵੀ ਪੋਸੀਬਲ ਨਹੀਂ ਹੈ ਕਿ ਅੱਜ ਦਾ ਜੋ ਦਿਨ ਹੈ ਉਹ ਅਗੇਨ ਐਜ਼ ਇਟ ਇਜ਼ ਸੇਮ ਫ੍ਰੈਕਸ਼ਨ ਆਫ ਸੈਕਿੰਡ ਰਿਪੀਟ ਹੋਏ ਨੈਕਸਟ ਡੇ। ਦਿਸ ਇਜ਼ ਨਾਟ ਪੋਸੀਬਲ। ਸੋ ਅਸੀਂ ਇਹਨਾਂ ਆਸੀਲੇਸ਼ਨਸ ਦੇ ਵਿੱਚ ਜੋ ਪੀਰੀਓਡਿਕ ਮੋਸ਼ਨ ਦੀ ਗੱਲ ਕਰ ਰਹੇ ਹਾਂ ਉਸ ਦੇ ਵਿੱਚ ਅਸੀਂ ਉਹ ਫਿਨੋਮੀਨਾ ਦੇਖਣੇ ਨੇ ਜਿਹੜੇ ਕਿ ਹਰ ਟਾਈਮ ਮਤਲਬ ਇੱਕ ਪਾਰਟਿਕੂਲਰ ਟਾਈਮ ਇੰਟਰਵਲ ਤੋਂ ਬਾਅਦ ਆਪਣੇ ਆਪ ਨੂੰ ਰਿਪੀਟ ਕਰਦੇ ਨੇ। ਕਲੀਅਰ? ਸੋ ਅਸੀਂ ਪਹਿਲਾਂ ਪੀਰੀਓਡਿਕ ਮੋਸ਼ਨ ਨੂੰ ਡਿਫਾਈਨ ਕਰਾਂਗੇ ਤੇ ਫਿਰ ਗੱਲ ਕਰਾਂਗੇ ਕਿ ਆਸੀਲੇਸ਼ਨਸ ਕੀ ਹੁੰਦੀਆਂ। ਸੋ ਪੀਰੀਓਡਿਕ ਮੋਸ਼ਨ ਇਜ਼ that motion, periodic motion is that motion which is repeated identically after a fixed interval of time। ਸੋ ਇਸ ਤਰ੍ਹਾਂ ਦੇ ਜਿਹੜੇ ਮੋਸ਼ਨ ਨੇ ਉਹਨਾਂ ਨੂੰ ਅਸੀਂ ਕੀ ਕਹਾਂਗੇ? ਪੀਰੀਓਡਿਕ ਮੋਸ਼ਨ। ਜਿਸ ਤਰ੍ਹਾਂ ਫॉर ਐਗਜ਼ਾਮਪਲ ਅਸੀਂ ਕਹੀਏ ਕਿ ਜਿਹੜੀ ਅਰਥ ਹੈ ਉਹ ਆਪਣੀ ਐਕਸਿਸ ਦੇ ਅਰਾਊਂਡ ਰਿਵੋਲਵ ਕਰਦੀ ਹੈ। ਠੀਕ ਹੈ? ਤੇ ਉਹ ਇੱਕ ਜਿਹੜਾ ਪੂਰਾ ਚੱਕਰ ਹੈ ਉਹ ਕਿੰਨੇ ਟਾਈਮਸ ਦੇ ਵਿੱਚ ਕੰਪਲੀਟ ਕਰਦੀ ਹੈ? 24 ਆਵਰਸ। ਸੋ ਜਿਹੜਾ ਅਰਥ ਦਾ ਇਹ ਮੋਸ਼ਨ ਹੈ ਦਿਸ ਕਾਈਂਡ ਆਫ ਮੋਸ਼ਨ ਇਜ਼ ਨੋਨ ਐਜ਼ ਪੀਰੀਓਡਿਕ ਮੋਸ਼ਨ। क्यों? क्योंकि एग्जैक्टली 24 आवर्स तो बाद अर्थ अपना वही मोशन रिपीट करती है। या जे असी गल करिए कि रिवोल्यूशन ऑफ अर्थ अराउंड द सन, तो सन के अराउंड जिहड़ा एक पूरा चक्कर है जिहड़ी अर्थ है वो 1 ईयर दे विच कंप्लीट करती है। सो एग्जैक्टली 1 ईयर बाद
वो अपने इसी मोशन ਨੂੰ रिपीट करती है सो दैट इज़ ऑल्सो ए काइंड ऑफ पीरियडिक मोशन। इस तरह बहुत सारे मोशन ने ਜਿਹੜੇ ਕਿ ਆਪਣੇ ਆਪ ਨੂੰ ਇੱਕ ਰੈਗੂਲਰ ਇੰਟਰਵਲ ਤੋਂ ਬਾਅਦ ਰਿਪੀਟ ਕਰਨ ਉਹਨਾਂ ਨੂੰ ਅਸੀਂ ਕੀ ਕਵਾਂਗੇ ਪੀਰੀਓਡਿਕ ਮੋਸ਼ਨ। ਅਸੀਂ ਬਹੁਤ ਦੂਰ ਨਹੀਂ ਜਾਂਦੇ, ਅਗਰ ਅਸੀਂ ਆਪਣੇ ਨਾਰਮਲ ਘਰ ਦੇ ਵਿੱਚ ਲੱਗੇ ਹੋਏ ਇੱਕ ਵਾਲ ਕਲੌਕ ਵੱਲ ਦੇਖੀਏ, ਠੀਕ ਹੈ, ਤਾਂ ਜਿਹੜੀ ਉਹਦੀ ਆਰ ਹੈਂਡ ਹੈ ਮੀਨਸ ਜਿਹੜੀ ਉਹਦੀ ਘੰਟਿਆਂ ਵਾਲੀ ਸੂਈ ਹੈ उसका ਜਿਹੜਾ मोशन है पीरियड ऑफ मोशन है वो कितना है 12 आवर्स। एग्जैक्टली 12 घंटे बाद वो अपने उसे मोशन ਨੂੰ रिपीट करती है। बट जे ਅਸੀਂ मिनट हैंड की गल करिए मीनस मिनट वाली सूई की, ਤਾਂ ਉਹ उसका पीरियड ऑफ मोशन की है वो की करती है एग्जैक्टली 1 घंटे बाद अपने ਜਿਹੜਾ मोशन है उसनू रिपीट करती है। जिमें सपोज 12 o'clock टाइम है, 12 o'clock ਤੇ ਜਿਹੜਾ ਮਿੰਟ ਹੈਂਡ ਹੈ ਉਹ 12 ਤੇ ਹੈ, ਠੀਕ ਹੈ, ਤਾਂ ਜਦੋਂ 1 ਵਜੇਗਾ 1 ਵਜੇ ਅਗੇਨ ਉਹ 12 ਤੋਂ ਆਪਣਾ ਨੈਕਸਟ ਮੋਸ਼ਨ ਸਟਾਰਟ ਕਰੇਗੀ। ਇਸੇ ਤਰ੍ਹਾਂ ਜੇ ਅਸੀਂ ਸੈਕਿੰਡ ਹੈਂਡ ਮੀਨਸ ਸੈਕਿੰਡਾਂ ਵਾਲੀ ਸੂਈ ਦੀ ਗੱਲ ਕਰੀਏ ਤਾਂ ਉਹ 1 ਮਿੰਟ ਤੋਂ ਬਾਅਦ ਮੀਨਸ 60 ਸੈਕਿੰਡਸ ਤੋਂ ਬਾਅਦ ਆਪਣਾ ਜਿਹੜਾ ਮੋਸ਼ਨ ਹੈ ਉਹ ਰਿਪੀਟ ਕਰਦੀ ਹੈ। ਹੁਣ ਅਸੀਂ ਨੈਕਸਟ ਗੱਲ ਕਰਨੀ ਹੈ ਕਿ डिस्प्लेसमेंट रिलेशनस ਨੂੰ ਡਰਾਈਵ ਕਰਨਾ ਹੈ ਫॉर प्रोग्रेसिव वेव्स। डिस्प्लेसमेंट रिलेशन ਅਸੀਂ ਡਰਾਈਵ ਕਰਾਂਗੇ ਇਨ प्रोग्रेसिव वेव्स ਤੇ ਉਹਦੇ ਨਾਲ ਰਿਲੇਟਡ ਜਿਹੜੀਆਂ ਵੀ ਟਰਮਸ ਨੇ ਉਹਨਾਂ ਦੇ ਬਾਰੇ ਡਿਸਕਸ਼ਨ ਕਰਾਂਗੇ ਇਨ प्रोग्रेसिव वेव्स। ਅਗਰ ਕੋਈ ਵੇਵ ਪ੍ਰੋਪੇਗੇਟ ਕਰ ਰਹੀ ਹੈ ਤਾਂ ਸਾਨੂੰ ਉਸ ਦੀ ਡਿਸਪਲੇਸਮੈਂਟ ਰਿਲੇਸ਼ਨ ਨੂੰ ਡਿਸਕ੍ਰਾਈਬ ਕਰਨ ਦੇ ਲਈ ਇਹ ਚਾਹੀਦਾ ਹੋਏਗਾ ਕਿ ਅਸੀਂ ਕਿਸੇ ਵੀ ਇਨਸਟੈਂਟ ਦੇ ਉੱਪਰ ਟਾਈਮ ਦੇ ਇਹ ਦੱਸ ਸਕੀਏ ਕਿ ਵੇਵ ਹੈ ਜਿਹੜੀ ਉਹ ਕਿੰਨਾ ਉਸਦਾ ਐਂਪਲੀਟਿਊਡ ਹੈ ਤੇ ਕਿੰਨਾ ਕਿਹੜੇ ਟਾਈਮ ਪੀਰੀਅਡ ਤੇ ਉਹਦਾ ਕਿੰਨਾ ਐਂਪਲੀਟਿਊਡ ਹੈ ਜਾਂ ਉਸਦੀ ਕਿੰਨੀ origin ਤੋਂ ਡਿਸਪਲੇਸਮੈਂਟ ਹੈ, ਮਤਲਬ ਕਿਸ ਪੋਜੀਸ਼ਨ ਦੇ ਉੱਪਰ ਉਹ ਹੈ। ਇਸ ਤਰ੍ਹਾਂ ਦੇ ਵੇਵ ਨੂੰ ਪ੍ਰੋਪੇਗੇਟ ਡਿਸਪਲੇਸਮੈਂਟ ਨੂੰ ਡਿਸਕ੍ਰਾਈਬ ਕਰਨ ਦੇ ਲਈ ਅਸੀਂ ਯੂਜ਼ ਕਰਦੇ ਹਾਂ ਟਰਮ y(x, t)। y की डिनोट कर रहा है इत्थे कि जिहड़ा फंक्शन है y ये डिपेंड कर रहा है दो वेरिएबल्स के उपर, x कि उसकी पोजीशन की है, t टाइम किहड़े टाइम ते उसकी पोजीशन किहड़ी है। ये रिलेशन सानू दसेगा डिसप्लेसमेंट बारे किसी भी वेव की, चाहे वो किसी स्ट्रिंग के अंदर है। सपोज असी किसी एक एंड के उपर टाई कर लिया स्ट्रिंग नू, दूसरे एंड्स नू ऑसिलेट करवाया तो इस तरह जिहड़ी वेव है वो प्रोपेगेट करना शुरू कर देगी। तो किन्ने टाइम के उपर किहड़े टाइम के उपर वो किस पोजीशन के उपर है ये किते पता लगेगा सानू डिसप्लेसमेंट रिलेशन तो। हो जिहड़ा डिसप्लेसमेंट रिलेशन है उसनू असीं किवें लिखदे हां a sin kx माइनस ओमेगा t प्लस फाई। ਇਹ ਹੈ ਸਾਡੇ ਕੋਲ ਕਿਸੇ ਵੀ ਵੇਵ ਦਾ ਸਿੰਪਲ ਰਿਲੇਸ਼ਨ।